Hi, and welcome to yet another episode of Teri Meri Kahani. And our guest today is this very talented, very grounded, very passionate, and very straightforward, I think, personality from TV industry, from theatre, and from Bollywood as well. ਜੀ ਮੈਂ ਗੱਲ ਕਰ ਰਹੀ ਹਾਂ ਸਾਡੀ ਉਹ ਜਿਹੜਾ ਸੀਰੀਅਲ ਆਉਂਦਾ ਸੀ ਆਈ ਥਿੰਕ ਅ ਫਿਊ ਇਅਰਸ ਬੈਕ ਨਾ ਆਨਾ ਇਸ ਤੇ ਇਸ ਲਾਡੋ ਉਹਦੇ ਚੋਂ ਸੰਤੋਸ਼ ਦਾ ਕੈਰੈਕਟਰ ਪਲੇ ਕਰਨ ਵਾਲੇ ਤੇ ਹੁਣੀ ਰੀਸੈਂਟਲੀ ਜਿਹੜੀ ਮੇਘਨਾ ਗੁਲਜ਼ਾਰ ਦੀ ਫਿਲਮ ਆਈ ਹੈ ਰਿਲੀਜ਼ ਹੋਈ ਸੀ ਜਨਵਰੀ ਦੇ ਵਿੱਚ ਉਹਦੇ ਚੋਂ ਦੀਪਿਕਾ ਪਾਦੂਕੋਨ ਯਾਨੀ ਮਾਲਤੀ ਦੀ ਲਾਇਰ ਅਰਚਨਾ ਬਜਾਜ ਯਾਨੀ ਸਾਡੀ ਆਪਣੀ ਜਲੰਧਰ ਗਰਲ ਮਧੁਰਜੀਤ ਸਰਗੀ ਦੀ ਹਾਈ ਸਰਗੀ ਵੈਲਕਮ Hi, ਸਤਿ ਸ਼੍ਰੀ ਅਕਾਲ ਜੀ. Thank you for having me. ਫਾਈਨਲੀ ਅੱਜ ਰਾਬਤਾ ਹੋ ਗਿਆ ਬੰਬੇ ਟੂ ਡੌਨਕਾਸਟਰ ਦਾ ਇੱਥੇ ਵੀ ਮਿਲ ਹੋ ਗਿਆ ਤੁਹਾਨੂੰ ਯਾਦ ਆ ਆਪਾਂ ਪਹਿਲੀ ਵਾਰੀ ਕਿੱਥੇ ਮਿਲੇ ਸੀ? ਤੈਨੂੰ ਨਹੀਂ ਯਾਦ ਹੋਣਾ ਕਿੱਥੇ ਆਪਾਂ ਪਹਿਲੀ ਵਾਰੀ ਮਿਲੇ ਸੀ? ਨਹੀਂ ਮੈਨੂੰ ਯਾਦ ਆ, ਆਪਾਂ ਪਹਿਲੀ ਵਾਰੀ ਮਿਲੇ ਸੀ। ਮੈਂ ਵੀ ਫੁਲਕਾਰੀ ਖਰੀਦਣ ਗਈ ਸੀ ਤੇ ਤੁਸੀਂ ਵੀ ਫੁਲਕਾਰੀਆਂ ਖਰੀਦਣ I thought you won't remember that. We met at Popular Dupatta Center, Modern Town Market. Yes, you and Anurag were there, है ना? ਜਿੱਦਾਂ ਮੇਲੇ 'ਚ ਵਿਛੜੀਆਂ ਭੈਣਾਂ ਮਿਲੀਆਂ ਨਾ ਸਾਰਾ। So true. ਫੁਲਕਾਰੀਆਂ ਖਰੀਦੀਆਂ। ਉਹ ਦੇਖ ਲਓ ਕਦੋਂ ਤੋਂ ਉਹ ਲੜੀ ਉਹ ਕੜੀ ਛਿੜੀ ਹੋਈ ਕਿੱਥੇ ਤੱਕ ਟੱਚਵੁੱਡ we have reached. ਰਾਬੇ ਚਲੋ ਆਪਾਂ ਭੈਣਾਂ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ with first a formal welcome to you and then secondly with an honest confession about you that I personally find you ਬਹੁਤ ਕੀ ਕਹਾਂ very honest, very transparent ਔਰ ਅੱਜ ਜਿੰਨੀ ਵੀ ਡਰਾਮੇਬਾਜ਼ੀ ਔਰ ਆਰਟੀਫਿਸ਼ੈਲਿਟੀ ਆਪਣੇ ਆਲੇ ਦੁਆਲੇ ਹੈ ਸਭ ਨੂੰ ਪਤਾ ਹੈ ਐਗਜ਼ਿਸਟ ਕਰਦੀ ਹੈ ਉਹਦੇ ਚੋਂ ਇੰਨਾ class apart or jo hai so hai kind of a person and this is one thing about you I truly love and admire matlab oh magnet hai jehda baar mainu khichda hai towards you but sir do you think ki enna transparent hona aur aa sari ਅੱਜ ਦੇ ਸਿਨੈਰੀਓ ਦੇ ਵਿੱਚ ਇੱਕ ਕਦੀ ਇਦਾਂ ਲੱਗਦਾ ਹੈ ਕਿ ਮੈਂ ਆਊਟ ਆਫ ਪਲੇਸ ਫੀਲ ਕਰ ਰਹੀ ਹਾਂ ਜਾਂ ਮੈਂ ਮਿਸਫਿਟ ਆ ਇਨ ਟੂਡੇਜ਼ ਆਰਟੀਫੀਸ਼ੀਅਲ ਸੁਪਰਫੀਸ਼ੀਅਲ ਵਰਲਡ ਹਾਈ ਸਰਗੀ ਕਾਈਨਸ ਦੀ ਜਾ ਥਾਵੇ ਹੈਲੋ ਜੀ ਇਨੀਸ਼ੀਅਲੀ ਪਹਿਲਾਂ ਜਦੋਂ ਮੈਨੂੰ ਇਹ ਗੱਲ ਐਕਚੁਅਲੀ ਦੇਖਿਆ ਜਾਵੇ ਤੇ ਬਚਪਨ ਤੋਂ ਹੀ ਮੈਨੂੰ ਥੋੜਾ ਜਿਹਾ ਏਦਾਂ ਕਹਿੰਦੇ ਸੀ ਪਰ ਮੇਰੀ ਫੈਮਿਲੀ ਨੇ ਨਹੀਂ ਬਹੁਤਾ ਕਦੇ ਵੀ ਮੈਨੂੰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਹਮੇਸ਼ਾ ਸਾਰਿਆਂ ਨੂੰ ਇਹ ਇਨਕਰੇਜ ਕਰਦੇ ਆ ਵੀ ਬੀ ਯੋਰਸੈਲਫ ਹੈ ਨਾ ਹੁਣ ਮੇਰਾ ਸੈਲਫ ਏਦਾਂ ਦਾ ਤਾਂ ਮੈਂ ਕੀ ਕਰਾਂ ਤੇ ਹੁਣ ਸ਼ੁਰੂ ਚ ਜਦੋਂ ਮੈਂ ਬੰਬੇ ਆਈ ਸੀ ਉਦੋਂ ਥੋੜਾ ਜਿਹਾ ਮੈਨੂੰ ਘਬਰਾਹਟ ਹੁੰਦੀ ਸੀ ਇਸ ਚੀਜ਼ ਤੋਂ ਕਿਉਂਕਿ ਮੈਂ ਸਫੋਕੇਟਡ ਜਿਹਾ ਫੀਲ ਕਰਦੀ ਸੀ ਕਦੇ ਏਦਾਂ ਦੇ এনवायरमेंट ਚ ਬਟ ਵਿਦ ਏਜ ਵਿਦ ਐਕਸਪੀਰੀਅੰਸ ਔਰ ਵਿਦ ਮੈਨੂੰ ਇਹ ਫੀਲ ਹੋਇਆ ਜਿੱਦਾਂ ਤੁਸੀਂ ਕਹਿੰਦੇ ਕਿ ਤੇਰੀ ਓਨੈਸਟੀ ਭਾਵੇਂ ਮੈਂ ਚੰਗੀ ਆ ਮਾੜੀ ਆ ਤੁਹਾਨੂੰ ਪਤਾ ਆ ਹੈਨਾ ਸੋ ਇਹ ਜੇ ਤੁਹਾਡੇ ਲਈ ਮੈਗਨੇਟ ਵਾਂਗੂ ਕੰਮ ਕਰਦਾ ਐਕਚੁਅਲੀ ਦੇਖਿਆ ਜਾਵੇ ਤੇ ਬਹੁਤ ਸਾਰੇ ਲੋਕਾਂ ਲਈ ਮੇਰਾ ਸਰ ਹਾਂ ਉਹ ਸਾਰਿਆਂ ਲਈ ਕਰਦਾ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਮੈਂ ਅਵੋਇਡ ਕਰਨਾ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਨਾਲ ਮੈਂ ਦੋਸਤੀ ਰੱਖਣੀ ਆ ਸੋ ਲੋਕਾਂ ਵਾਸਤੇ ਮੇਰੇ ਲਈ ਇੱਕ ਜਜਮੈਂਟ ਬਣਾਉਣੀ ਉਹਨਾਂ ਦੀ ਕੰਫਰਟੇਬਲ ਹੋ ਜਾਂਦੀ ਲੋਕਾਂ ਲਈ ਕੰਫਰਟੇਬਲ ਹੈ ਸਰਗੀ ਬਟ ਖੁਦ ਜਿੱਦਾਂ ਮੈਂ ਜਦੋਂ ਖੁਦ ਨੂੰ ਆਪਣਾ ਐਨਾਲਿਸਿਸ ਕਰਕੇ ਵੀ ਦੇਖਦੀ ਹੁੰਦੀ ਹਾਂ ਕਿ when there is no pretense in the sense ਕਿ ਤੁਸੀਂ ਭਾਵੇਂ ਮਾਸਟਰ ਹੋ ਆਪਣੀ ਟ੍ਰੇਡ ਦੇ ਬਟ ਜਦੋਂ when you are with family and ਕਿਉਂਕਿ ਮੈਂ ਖੁਦ ਦੇਖਿਆ ਹੈ when you were with ਅਨੁਰਾਗ ਜਦੋਂ ਹਰਜੀਤ ਮਤਲਬ ਮੈਂ observe ਕਰਦੀ ਹਾਂ ਉਸ ਚੀਜ਼ ਨੂੰ ਵੀ and I was like ਕਿ growth ਵੀ ਹੋਈ ਹੈ evolve ਵੀ ਹੋਈ ਹੈ ਪਰ ਡਰਾਮਾ ਕੋਈ ਸ਼ੋਸ਼ੇਬਾਜ਼ੀ ਨਹੀਂ ਵੀ ਹਾਂ ਖਾਣਾ ਹੈ ਤੇ ਰੋਟੀ ਬਣਾਓ ਖਾਣੀ ਹੈ ਤੇ ਕੁਛ ਏਦਾਂ ਦੀ ਓਵਰ ਐਕਟਿੰਗ ਨਹੀਂ ਲੈ ਕੇ ਕਿ you know my feelings ਸਿੰਬਲ ਜਿਹਨਾਂ ਚੀਜ਼ਾਂ ਨੂੰ ਲੋਕ ਸਟੇਟਸ ਸਿੰਬਲ ਵੀ ਮੰਨਦੇ ਆ ਬਹੁਤ ਸਾਰੇ ਏਦਾਂ ਦੇ ਹੈਗੇ ਆ ਕਿ ਡਰਾਮਾ ਕਰੋ ਫਿਰ ਤੁਸੀਂ ਪੌਸ਼ ਲੱਗੋਗੇ ਔਰ ਉਹ ਸਭ ਚੀਜ਼ਾਂ ਨਹੀਂ ਉਹ ਪਤਾ ਕੀ ਉਹ ਪਹਿਲਾਂ ਉਹ ਗੱਲਾਂ ਤੁਹਾਨੂੰ ਥੋੜੀਆਂ ਜਿਹੀਆਂ ਸ਼ੁਰੂ ਜਦੋਂ ਤੁਹਾਨੂੰ ਅਕਲ ਨਹੀਂ ਹੁੰਦੀ ਸਮਝ ਨਹੀਂ ਹੁੰਦੀ ਉਦੋਂ ਤੁਹਾਨੂੰ ਚੀਜ਼ਾਂ ਤੁਹਾਨੂੰ ਥੋੜੀਆਂ ਜਿਹੀਆਂ ਪੁੱਟ ਆਫ ਕਰਦੀਆਂ ਆ ਲੋਕਾਂ ਦੀਆਂ ਬਟ ਵਿਦ ਟਾਈਮ ਐਂਡ ਥੈਂਕਸ ਟੂ ਮਾਈ ਪ੍ਰੋਫੈਸ਼ਨ ਮੇਰਾ ਕੰਮ ਹੀ ਇਹ ਹੈ ਕਿ ਮੈਂ ਰੀਡ ਕਰਨਾ ਆਬਜ਼ਰਵ ਕਰਨਾ ਜਿੱਦਾਂ ਦਾ ਬਿਹੇਵੀਅਰ ਲੋਕਾਂ ਦਾ ਸੋ ਮੈਨੂੰ ਪਰਸਨਲੀ ਹੁਣ ਜਿਸ ਪੜਾਅ ਤੇ ਆ ਮੈਂ ਮੈਂਟਲੀ ਮੈਨੂੰ ਇਹ ਗੱਲ ਸਮਝ ਆਈ ਹੈ ਕਿ
people are not what their opinions are. People are what they have experienced in life. So ਉਹਨਾਂ ਦੇ opinions ਜਿਹੜੇ ਆ ਉਹਨਾਂ ਦੇ experiences ਕਰਕੇ ਬਣੇ ਆ। ਹੁਣ ਜਿੱਦਾਂ ਕਿਸੇ ਨੂੰ ਪਹਿਲਾਂ ਮੈਨੂੰ ਇਦਾਂ ਲੱਗਦਾ ਹੁੰਦਾ ਸੀਗਾ ਕਿ ਯਾਰ ਕੀ ਹੈ ਫਲਾਨਾ ਬੰਦਾ ਡਰਾਮਾ ਜਿਹਾ ਕਰ ਰਿਹਾ, ਇੰਨਾ ਜ਼ਿਆਦਾ ਹਾਈਪਰ ਕਿਉਂ ਹੋ ਰਿਹਾ, ਇੰਨਾ ਜ਼ਿਆਦਾ ਉਹ। ਹੁਣ ਮੈਨੂੰ ਇਦਾਂ ਲੱਗਦਾ ਕਿ ਉਹ ਕਿਤੇ ਨਾ ਕਿਤੇ ਉਹਦੀ ਅੰਦਰਲੀ ਨੀਡ ਹੈ ਕਿ actually it's a need to be accepted. ਸੋ ਉਹ ਉਹਨੂੰ ਪੁਸ਼ ਕਰਦੀ ਹੈ ਤਾਂ ਕੀ ਉਹਦੇ ਬੈਕ ਸਟੋਰੀ ਸਾਈਕੀ ਦੇ ਉੱਤੇ ਕੀ ਇੰਪੈਕਟ ਚੀਜ਼ਾਂ ਐਗਜ਼ੈਕਟਲੀ। ਤੇ ਹੁਣ ਜੇ ਮੈਂ ਇੱਕ ਏਦਾਂ ਦਾ ਰੋਲ ਕਰਨਾ ਜਿਹਦੇ ਚ ਮੈਂ ਬਹੁਤ ਹੀ ਫੁਕਰੀ ਸਾਊਂਡ ਕਰਨਾ ਜਾਂ ਮੈਂ ਬਹੁਤ ਏਦਾਂ ਦੀ ਅਟੈਂਸ਼ਨ ਸੀਕਰ ਬਣਨਾ ਹੈ ਤੇ ਆਈ ਹੈਵ ਟੂ ਗੋ ਇਨਟੂ ਦੈਟ ਬੈਕਗਰਾਉਂਡ ਆਫ ਦੈਟ ਪਰਸਨ, ਹੈ ਨਾ। ਸੋ ਮੈਂ ਔਰ ਕੋਈ ਵੀ ਬੰਦਾ ਦੁਨੀਆ ਚ ਕੋਈ ਵੀ ਚੀਜ਼ਾਂ ਜਿਹੜੀਆਂ ਨਾ ਕੋਈ ਵੀ ਗਲਤ ਤੇ ਸਹੀ ਨਹੀਂ ਹੁੰਦਾ, ਹਰ ਬੰਦਾ ਆਪਣੀ ਥਾਂ ਤੇ ਸਹੀ ਹੁੰਦਾ। ਦੋ ਸਹੀਆਂ ਦੀ ਲੜਾਈ ਹੈ, ਦੋ ਰਾਈਟਸ ਦੀ ਲੜਾਈ ਹੈ ਨਾ, ਵੀ ਆ ਵੀ ਸਹੀ ਆ ਵੀ ਸਹੀ ਹੈ, ਇਹ ਤੇਰਾ ਸਹੀ ਹੈ ਮੇਰਾ ਸਹੀ ਹੈ। ਸੋ ਆਈ ਗੈਸ ਹੁਣ ਮੈਂ ਕੰਫਰਟੇਬਲ ਹੋ ਗਈ, ਹੁਣ ਨਹੀਂ ਮੈਨੂੰ ਇੰਨਾ ਜ਼ਿਆਦਾ ਲੱਗਦਾ। ਹੁਣ ਪਹਿਲਾਂ ਮੈਨੂੰ ਏਦਾਂ ਹੁੰਦਾ ਸੀ ਕਿ ਏਦਾਂ ਦੀਆਂ ਥਾਵਾਂ ਤੇ ਜਾ ਕੇ ਮੈਂ ਥੋੜਾ ਆਪਣੇ ਆਪ ਨੂੰ ਮੈਨੂੰ ਲੱਗਦਾ ਸੀ ਵੀ ਮੈਂ ਬੋਲੂੰਗੀ ਤੇ ਫਿਰ ਮੇਰੇ ਤੋਂ ਬੋਲ ਹੋ ਜਾਣਾ, ਇਸ ਕਰਕੇ ਮੈਂ ਚੁੱਪ ਹੀ ਰਹਾਂ। ਤੇ ਪਰ ਹੁਣ ਮੈਂ ਕੰਫਰਟੇਬਲ ਹਾਂ, ਮੈਂ ਆਪਣੇ ਆਪ ਨਾਲ ਕੰਫਰਟੇਬਲ ਹੋ ਗਈ, ਇਸ ਕਰਕੇ ਹੁਣ ਮੈਨੂੰ ਸੋ ਸਰਾਊਂਡਿੰਗਸ ਡੋਨਟ ਮੈਟਰ। ਯਾ ਅੱਛਾ ਸਰ, ਕਿ ਪਿੱਛੇ ਚੱਲਦੇ ਆ ਹੁਣ ਬਹੁਤ ਸਾਰੇ ਸਾਲ ਪਿੱਛੇ, ਮੈਨੂੰ ਉਹਦਾ ਏਜ ਨਹੀਂ ਕਹਿਣੀ, when Sargi was born to this very very adorable pair, the two people I truly admire. two ਦੇ ਵਿੱਚੋਂ ਵੀ one ਨੂੰ ਬਹੁਤ ਜ਼ਿਆਦਾ, and you know that. ਚਲੋ ਆਪਾਂ Sargi is born to Dr. Harjeet Singh and Dr. Tajinder Kaur. Sargi ਦਾ birth ਹੋ ਗਿਆ, the first child of this lovely pair. ਫਿਰ Sargi ਦੇ ਭੈਣ ਭਰਾ ਵੀ ਆ ਗਏ ਹੌਲੀ ਹੌਲੀ। ਤੇ ਉਹ ਜਦੋਂ ਛੋਟੇ ਹੁੰਦਿਆਂ ਦੀਆਂ ਜਿਹੜੀਆਂ ਮੈਮਰੀਜ਼ ਹੈ, ਜੇ ਉਹਨੂੰ ਕੁਰੇਦੀਏ ਤੇ ਉਹਦੇ ਚੋਂ ਕੋਈ ਏਦਾਂ ਦੀ ਬੜੀ ਬਿਊਟੀਫੁਲ ਮੈਮਰੀ ਪੈਰੈਂਟਸ ਦੇ ਨਾਲ, ਸਿਬਲਿੰਗਸ ਦੇ ਨਾਲ ਛੋਟੇ ਹੁੰਦੇ when you were growing up, ਜਿਹੜੀ ਮਜ਼ੇਦਾਰ ਹੈ, ਸੋਚ ਕੇ ਵੀ ਅੱਛਾ ਲੱਗਦਾ। ਹਾਂ, I had a very beautiful childhood. I am blessed ਕਿ ਮੈਂ ਇਸ ਫੈਮਿਲੀ ਦਾ ਹਿੱਸਾ ਆ। ਮੈਨੂੰ ਐਕਚੁਅਲੀ ਕੀ ਹੋਇਆ ਸੀਗਾ ਕਿ ਮੈਂ ਫਸਟ 13 years of my life ਮੈਂ ਆਪਣੇ ਮੰਮੀ ਤੇ ਭੂਆ ਜੀ ਕੋਲ ਰਹੀ ਸੀ, ਮੈਂ ਮੰਮੀ ਪਾਪਾ ਕੋਲ ਨਹੀਂ ਸੀ ਰਹੀ। ਅੱਛਾ। ਕਿਉਂਕਿ ਮੰਮੀ ਡੇਲੀ ਅਪ ਡਾਊਨ ਕਰਦੇ ਸੀ, ਅੰਮ੍ਰਿਤਸਰ ਜਾਂਦੇ ਸੀ ਯੂਨੀਵਰਸਿਟੀ ਪੜ੍ਹਾਉਣ ਲਈ। ਪਾਪਾ ਦੀ ਦੂਰਦਰਸ਼ਨ ਚ ਜੌਬ ਸੀਗੀ ਔਰ ਮੈਂ ਬਹੁਤ ਛੋਟੀ ਸੀ, ਮੈਂ 2.5 ਮਹੀਨੇ ਦੀ ਸੀ। ਤੇ ਮੇਰੇ ਮੰਮੀ ਦੇ ਭੂਆ ਜੀ ਜਿਹੜੇ ਸੀ ਉਹ ਹੋਸਟਲ ਦੇ ਵਾਰਡਨ ਸੀਗੇ, ਉੱਥੇ ਨਹਿਰੂ ਗਾਰਡਨ ਹੋਸਟਲ ਜਲੰਧਰ ਹੈਗਾ ਨਹਿਰੂ ਗਾਰਡਨ ਸਕੂਲ, ਉਹਦੇ ਵਾਰਡਨ ਸੀਗੇ। ਸੋ ਮੰਮੀ ਕੀ ਕਰਦੇ ਸੀ, ਸਵੇਰੇ ਜਾਣ ਤੋਂ ਪਹਿਲਾਂ ਮੈਨੂੰ ਭੂਆ ਜੀ ਨੂੰ ਫੜਾ ਦਿੰਦੇ ਸੀ ਤੇ ਪਾਪਾ ਬਾਈਕ ਚਲਾਉਂਦੇ ਸੀ। ਹਾਂਜੀ, ਉੱਥੋਂ ਫਿਰ ਉਹ ਟ੍ਰੇਨ ਫੜ ਕੇ ਅੰਮ੍ਰਿਤਸਰ ਜਾਂਦੇ ਸੀ, ਫਿਰ ਸ਼ਾਮ ਨੂੰ ਮੈਨੂੰ ਲੈ ਕੇ ਆਉਂਦੇ ਸੀ। ਮੈਂ 2.5 ਮਹੀਨੇ ਦੀ ਸੀ ਉਦੋਂ। ਫਿਰ ਉਹ ਮੈਂ ਨਵੰਬਰ ਬੋਰਨ ਆ ਤੇ ਦਸੰਬਰ ਜਨਵਰੀ ਠੰਡ ਵੱਧ ਗਈ, ਮੈਂ ਥੋੜੀ ਬਿਮਾਰ ਹੋਣ ਲੱਗ ਗਈ। ਤੇ ਫਿਰ ਭੂਆ ਜੀ ਨੇ, ਮੰਮੀ ਦੇ ਭੂਆ ਜੀ ਨੇ ਉਹਨਾਂ ਨੂੰ ਕਿਹਾ ਮੰਮੀ ਨੂੰ ਵੀ ਇੰਨੀ ਛੋਟੀ ਆ ਵੀ ਠੰਡ ਚ ਬੱਚਾ ਬਿਮਾਰ ਨਾ ਹੋਵੇ, ਤੂੰ ਇਹਦੇ ਨਾਲ ਹੋਰ ਘੰਟਾ ਡੇਢ ਖੇਲ ਲਿਆ ਕਰ ਤੇ ਤੂੰ ਇਹਨੂੰ ਇੱਥੇ ਰਹਿਣ ਦੇ, ਸੁੱਤੀ ਰਹਿਣ ਦਿਆ ਕਰ। She was single, ਫਿਰ ਉੱਥੋਂ ਸ਼ਾਮ ਨੂੰ ਪਿਕ ਕਰਨਾ, ਫਿਰ ਵਾਪਸ ਘਰ ਲੈ ਕੇ ਜਾਣਾ। ਹਾਂ, ਸੋ ਏਦਾਂ ਕਰਦੇ ਕਰਦੇ ਮੈਂ ਉੱਥੇ ਰਹੀ। ਹੁਣ ਭੂਆ ਜੀ, ਮੇਰੇ ਮੰਮੀ ਦੇ ਭੂਆ ਜੀ ਨੂੰ, ਉਹਨਾਂ ਨੂੰ ਮੈਂ ਵੀ ਭੂਆ ਜੀ ਕਹਿੰਦੀ ਸੀ, ਉਹਨਾਂ ਨੂੰ ਇਹ ਲੱਗਦਾ ਸੀ ਵੀ ਮੰਮੀ ਪਾਪਾ ਕੋਲ ਨਹੀਂ ਹੈ ਤੇ ਉਹਨਾਂ ਦੀ ਲਾਈਫ ਦਾ ਜਿਹੜਾ ਸਭ ਤੋਂ ਜ਼ਿਆਦਾ ਪਿਆਰ ਜਿਹਨਾਂ, ਹਾਂ, ਉਹ ਮੈਂ ਸੀ। ਕਿਉਂਕਿ ਉਹ she never got married, she didn't have a child. ਸੋ ਉਹਨਾਂ ਨੇ ਜਿੰਨਾ ਪਿਆਰ ਉਹਨਾਂ ਦੀ ਲਾਈਫ ਚ ਉਹਨਾਂ ਦੇ ਅੰਦਰ ਸੀ, ਉਹਨਾਂ ਨੇ ਸਾਰਾ ਮੈਨੂੰ ਦਿੱਤਾ। ਤੇ ਮੰਮੀ ਨੂੰ ਇਹ ਲੱਗਦਾ ਸੀ ਵੀ ਮਸਾਂ ਆਉਣੀ ਆ ਮੈਂ ਸਵੇਰ ਦੀ ਗਈ ਹੋਈ ਤੇ ਮੈਂ ਇਹਨੂੰ ਲਾਡ ਕਰਾਂ। ਪਾਪਾ ਵੀ ਏਦਾਂ ਹੀ ਕਰਦੇ ਸੀ। ਔਰ ਭੂਆ ਜੀ ਦੇ ਹੋਸਟਲ ਦੇ ਵਿੱਚ ਕੋਈ 200 ਕੁੜੀਆਂ ਸੀਗੀਆਂ, ਉਹ ਮੈਡਮ ਦੀ ਕੁੜੀ, ਮਤਲਬ ਜਿੰਨਾ ਕਿਸੇ ਨਿਆਣੇ ਨੂੰ ਵਿਗਾੜਿਆ ਜਾ ਸਕਦਾ। ਸੋ ਉਹ ਬਹੁਤ ਜ਼ਿਆਦਾ ਵਿਗੜ ਗਈ। ਮੈਨੂੰ ਜਿਹੜੀਆਂ ਮਾੜੀ ਮੋਟੇ ਝਿੜਕਾਂ ਪਈਆਂ ਆ ਉਹ ਮੈਨੂੰ ਮੰਮੀ ਕਰਦੇ ਹੁੰਦੇ ਸੀਗੇ, ਮਾੜਾ ਮੋਟਾ ਸੈੱਟ। ਵੈਸੇ ਲੱਗਦਾ ਵੀ ਉਹ ਝਿੜਕਾਂ, ਮੈਂ ਇਹ ਪੁੱਛਣ ਲੱਗੀ ਸੀ ਕਿ ਦੋਨਾਂ ਚੋਂ ਸਟ੍ਰਿਕਟ ਪੇਰੈਂਟ ਕੌਣ ਸੀ, ਕੌਣ ਹੈ? ਸਟ੍ਰਿਕਟ ਨਹੀਂ ਕਹਿ ਸਕਦੇ ਦੋਵਾਂ ਨੂੰ ਹੀ, ਜਿਹੜਾ ਜ਼ਿਆਦਾ ਡਿਸਿਪਲਿਨ। ਤੁਹਾਨੂੰ ਮੰਮੀ ਦਾ ਪਤਾ ਹੀ ਹੈ, ਮੰਮੀ ਨੂੰ ਡਿਸਿਪਲਿਨ ਮੈਨੂੰ ਨਹੀਂ ਲੱਗਦਾ ਕਿ ਯੂ ਆਰ ਸੇਇੰਗ ਕਿ ਨਹੀਂ। ਜਿੱਦਾਂ ਮੈਂ ਤੁਹਾਨੂੰ ਛੋਟਾ ਜਿਹਾ ਇਨਸੀਡੈਂਟ ਦੱਸਦੀ ਹਾਂ। ਸਾਡੇ ਬੱਗੀ ਚ ਲੈ ਕੇ ਜਾਂਦੇ ਹੁੰਦੇ ਸੀ ਸਕੂਲ ਸਾਨੂੰ, ਤੇ ਇੱਕ ਵਾਰੀ ਕੀ ਹੋਇਆ, ਉਹ ਬੱਗੀ ਵਾਲਾ ਜਿਹੜਾ ਸੀਗਾ ਉਹਨੇ ਕੋਈ ਗੱਲ ਕੀਤੀ ਤੇ ਮੈਂ ਉਹਦਾ ਨਾਂ ਲੈ ਕੇ ਬੋਲੀ
ਤੇ ਉਸ ਗੱਲ ਤੋਂ ਮੈਨੂੰ ਥੱਪੜ ਪਿਆ, ਮੈਨੂੰ ਅੱਜ ਤੱਕ ਯਾਦ ਹੈ। ਮੰਮੀ ਨੇ ਮੈਨੂੰ ਕਿਹਾ ਤੇਰੇ ਤੋਂ ਵੱਡੇ ਆ, ਔਰ ਉਹ ਦਿਨ ਹੈ ਤੇ ਅੱਜ ਦਾ ਦਿਨ ਹੈ, ਮਤਲਬ ਮੇਰੇ ਦਿਮਾਗ 'ਚ ਏਦਾਂ ਕਦੇ ਨਹੀਂ ਆਇਆ ਕਿ ਅਗਲੇ ਬੰਦੇ ਦੀ ਪੋਜੀਸ਼ਨ ਕੀ ਹੈ, ਮੇਰੇ ਅੰਦਰੋਂ ਜੈਨੂਇਨਲੀ ਰਿਸਪੈਕਟ ਨਿਕਲਦੀ ਹੈ। ਐਂਡ ਉਹ ਉੱਥੇ ਵੀ ਹੁੰਦੀ ਹੈ ਕਿ ਜੇ ਕੋਈ ਬਹੁਤ ਵੱਡੀ ਪੋਜੀਸ਼ਨ ਤੇ ਵੀ ਹੈ, ਜੇ ਮੈਨੂੰ ਗਲਤ ਲੱਗਦਾ ਤੇ ਮੈਂ ਕਹਿ ਦਿੰਦੀ। ਸੋ ਏਦਾਂ ਦਾ ਡਿਸਿਪਲਿਨ ਉਹਨਾਂ ਨੇ ਜ਼ਰੂਰ ਰੱਖਿਆ ਕਿ ਜਿਹੜਾ ਬੱਚੇ 'ਚ ਕਲਚਰ ਪਾਸ ਹੋਵੇ ਨਾ, ਉਹ ਔਰ ਜਿਹੜੇ ਤੁਹਾਡਾ ਮੋਰਲ ਕੰਪਸ ਜਿਹੜਾ ਆ ਉਹ ਮੰਮੀ ਪਾਪਾ ਨੇ ਫਿਕਸ ਕੀਤਾ ਸੀ। ਸੋ ਉਹ ਉੱਥੇ ਉਹ ਬਹੁਤ ਸਟ੍ਰਿਕਟ ਰਹੇ ਦੋਵੇਂ ਜਣੇ, ਪਰ ਅਦਰਵਾਈਜ਼ ਏਦਾਂ ਕਦੇ ਦੋਵੇਂ ਇਸ ਮਾਮਲੇ ਦੇ ਵਿੱਚ ਦੋਨੋਂ ਹੀ, ਕਿ ਓਨੈਸਟੀ ਰੱਖਣੀ ਹੈ, ਕੋਈ ਆਪਣੇ ਕ੍ਰਾਫਟ ਨਾਲ ਤੁਸੀਂ ਡਿਸਓਨੈਸਟ ਨਹੀਂ ਹੋਣਾ ਔਰ ਕਿਸੇ ਦਾ ਮਾੜਾ ਨਹੀਂ ਕਰਨਾ, ਉਹੋ ਜਿਹੀਆਂ ਗੱਲਾਂ ਉਹਨਾਂ ਨੇ ਬਹੁਤ ਜ਼ਿਆਦਾ ਸਾਨੂੰ ਕੀਤੀਆਂ। ਜ਼ਿਆਦਾ ਕਲੋਜ਼, ਕਿਤੇ ਨਾ ਕਿਤੇ ਬੱਚਾ ਜ਼ਿਆਦਾ ਓਪਨ ਐਂਡ ਕਲੋਜ਼ ਦੋਨਾਂ ਚੋਂ ਕਿਹਦੇ ਨਾਲ ਹੈ ਸਰਗੀ? ਜਿੰਨਾ ਸਾਰਾ ਮਨ ਦਾ ਤੁਸੀਂ ਇਹ ਤਿਆਰ ਹੋ ਕਿ ਮੈਂ ਕਹਾਂ ਕਿ ਮੰਮੀ, ਪਰ ਕਹਿ ਦੇ ਨਾ ਮੈਂ ਦੋਵਾਂ ਨਾਲ ਆ, ਮੈਂ ਸੱਚੀ ਦੋਵਾਂ ਨਾਲ ਆ। ਮੈਨੂੰ ਅੱਜ ਤੱਕ ਕਦੇ ਵੀ ਆਪਣੇ ਕਿਸੇ ਵੀ ਗੱਲ ਨੂੰ ਫਿਲਟਰ ਨਹੀਂ ਕਰਨਾ ਪਿਆ ਕਿ ਇਹ ਮੇਰੇ ਫਾਦਰ ਨੇ, ਮੈਂ ਇਹਨਾਂ ਦੇ ਸਾਹਮਣੇ ਗੱਲ ਨਹੀਂ ਕਰਨੀ, ਮੇਰੇ ਮਦਰ ਹੈ। ਹਾਊ ਬਿਊਟੀਫੁਲ, ਹਾਊ ਬਿਊਟੀਫੁਲ। ਤੇ ਸਰਗੀ ਵੈਸੇ ਐਜ਼ ਅ ਵੱਡੀ ਦੀਦੀ ਸਟ੍ਰਿਕਟ ਭੈਣ ਹੈ? ਵੱਡੀ ਦੀਦੀ ਮੈਂ ਹੈ ਹੀ ਨਹੀਂ, ਤੁਹਾਨੂੰ ਸੱਚੀ ਦੱਸਾਂ। ਮੇਰੇ ਛੋਟੇ ਭੈਣ ਭਰਾ ਮੇਰੇ ਨਾਲ ਜ਼ਿਆਦਾ ਸਿਆਣੇ ਆ। ਹਾਂ, ਉਹ ਜ਼ਿਆਦਾ ਸਿਆਣੇ ਆ, ਉਹਨਾਂ ਦੇ ਜਿਹੜੇ ਡਿਸੀਜਨਸ ਆ ਲਾਈਫ ਦੇ ਉਹ ਜ਼ਿਆਦਾ ਸੋਚ ਸਮਝ ਕੇ ਲੈ ਜਾਂਦੇ ਆ। ਨਹੀਂ ਉਹ ਤੇ ਹੁਣ ਹੋ ਗਿਆ ਨਾ ਐਕਚੁਅਲੀ, ਸ਼ੁਰੂ ਤੋਂ ਹੀ ਏਦਾਂ ਹੀ ਸੀ। ਮੈਂ ਇੱਕ ਵੀ ਗੱਲ ਏਦਾਂ ਦੀ ਨਹੀਂ ਕੀਤੀ ਦੀਦੀ ਜਿਨ੍ਹਾਂ 'ਚ ਉਹ ਦੇਖ ਕੇ ਮੈਨੂੰ ਕਹਿਣ ਕਿ ਇਹ ਐਗਜ਼ਾਮਪਲ ਸੈੱਟ ਕੀਤਾ, ਦੀਦੀ ਵਾਂਗੂ ਕਰਨਾ ਚਾਹੀਦਾ। ਮੇਰਾ ਏਦਾਂ ਦਾ ਕੁਝ ਨਹੀਂ। ਨਹੀਂ, I don't think, ਪਰ ਉਹਦਾ ਮੈਨੂੰ ਲੱਗਦਾ ਹੈ ਕਿ I think they are somewhere in awe of you। ਕੁਝ ਤੇ ਯਾਰ ਪਲੀਜ਼ ਏਦਾਂ ਦਾ ਕੁਝ ਨਹੀਂ ਹੈ what you're saying। ਹੁਣ ਜ਼ਿਆਦਾ ਵੀ ਨਾ ਮੋਡੈਸਟ ਹੋ ਕਰਨ ਦੀ। ਨਹੀਂ, ਮੈਂ ਮੋਡੈਸਟ ਨਹੀਂ ਹੋ ਰਹੀ, I am telling you the truth। ਐਕਚੁਅਲੀ ਮੈਂ ਏਦਾਂ ਦਾ ਕੁਝ ਵੀ ਐਗਜ਼ਾਮਪਲ ਨਹੀਂ ਸੀ ਸੈੱਟ ਕਰਦੀ ਹੁੰਦੀ। ਮੈਨੂੰ ਚਪੇੜ ਪੈਂਦੀ ਸੀ ਨਾ ਜੇ ਕਿ ਤੇ ਆਪ ਪੜ੍ਹਦੀ ਨਹੀਂ ਪਈ, ਤੰਗ ਕਰ ਰਹੀ ਹੈ, ਤੇ ਮੇਰੇ ਛੋਟੇ ਭੈਣ ਭਰਾ ਦੇਖ ਕੇ ਕਿ ਹੁਣ ਇਹਨੂੰ ਪੈ ਗਈ, ਹੁਣ ਸਾਨੂੰ ਪਊਗੇ, ਇਸ ਕਰਕੇ ਆਪਣੇ ਆਪ ਹੋਮਵਰਕ ਕਰਨ ਲੱਗ ਜਾਂਦਾ। ਸੋ ਏਦਾਂ ਮੈਂ ਉਹਨਾਂ ਨੂੰ ਜ਼ਰੂਰ ਹੈਲਪ ਕੀਤਾ ਵੀ ਜਿਹੜੇ ਗੱਲ ਤੋਂ ਮੈਨੂੰ ਕੁੱਟ ਪੈ ਸਕਦੀ ਉਹਨਾਂ ਨੂੰ ਨਾ ਪਵੇ। ਮਤਲਬ they were intelligent enough to know ਕਿ ਯਾਰ ਹੁਣ ਇਹ ਤੋਪ ਸਾਡੇ ਵੱਲ ਆ ਰਹੀ ਹੈ ਤੇ ਅਸੀਂ ਸੈੱਟ ਹੋ ਜਾਈਏ। ਸੂਫੀ ਨੂੰ ਮੇਰਾ ਇਸ ਗੱਲ ਦਾ ਬਹੁਤ ਫਾਇਦਾ ਹੋਇਆ। ਸੂਫੀ next to you is ਪਰਮ ਸ਼ਿਵ? ਪਹਿਲਾ ਮੈਂ, ਫਿਰ ਸੂਫੀ, ਫਿਰ ਸ਼ਿਵਾ ਤੇ ਫਿਰ ਜ਼ੋਰਾ। ਠੀਕ। I thought ਸੂਫੀ ਦਾ ਤੇ ਮੇਰਾ 1.5 ਸਾਲ ਦਾ ਫਰਕ ਹੈ। Okay। But I do remember, I think you should say this on the record now, कि सूफी तेरी भैन घट लगदी है। You wrote once, ਤੈਨੂੰ ਯਾਦ ਨਹੀਂ ਹੋਣਾ, ਮੇਰੇ ਕੋ ਮੈਸੇਜ ਪਿਆ ਹੋਇਆ ਹੈ। ਨਹੀਂ ਯਾਦ? ਮੈਨੂੰ ਯਾਦ ਨਹੀਂ, ਸੱਚੀ ਨਹੀਂ ਯਾਦ। ਕੀ ਕਿਹਾ ਸੀਗਾ ਮੈਂ? ਏਦਾਂ ਮੈਂ ਬੜੀਆਂ ਗੱਲਾਂ You said we look more like sisters। ਹਾਂ, ਐਗਜ਼ੈਕਟਲੀ, ਉਹ ਤਾਂ ਹੈ। ਤੁਹਾਡੀ ਮੇਰੀ ਸ਼ਕਲ ਤੇ ਜ਼ਿਆਦਾ ਰਲਦੀ ਹੈ। ਜੇ ਐਕਚੁਅਲੀ ਆਪਾਂ ਦੋਵੇਂ ਕਿਸੇ ਨੂੰ ਕਹੀਏ ਨਾ ਵੈਸੇ ਦੋਨੋਂ ਸਿਸਟਰਸ ਆ, ਤੇ ਲੋਕੀ ਮੰਨ ਜਾਣਗੇ। ਤੇ ਜੇ ਕਿ ਮੈਂ ਉਹਨੂੰ ਸੰਭਾਲ ਕੇ ਰੱਖਿਆ ਹੋਇਆ, ਸੰਭਾਲ ਕੇ ਰੱਖਿਆ। ਅੱਛਾ, ਜਦੋਂ when you were growing up, ਔਰ ਜਦੋਂ ਹਰਜੀਤ ਸਰ ਦੂਰਦਰਸ਼ਨ ਦੇ ਵਿੱਚ ਸੀ, ਔਰ ਉਦੋਂ ਕਿਸੇ ਇੱਕ ਖਾਸ ਪਾਰਟਿਕੂਲਰ ਮੂਮੈਂਟ, ਕਿਸੇ ਖਾਸ ਉਮਰ ਤੇ ਜਾਂ ਉਹਨਾਂ ਨੂੰ ਦੇਖ ਕੇ ਏਦਾਂ ਰਿਅਲਾਈਜ਼ ਹੋਇਆ ਕਿ ਮੈਂ ਐਕਟਿੰਗ ਵੱਲ ਨੂੰ ਜਾਣਾ ਹੈ, ਐਕਟਿੰਗ ਇਜ਼ ਮਾਈ ਟਰੂ ਕਾਲਿੰਗ, ਔਰ ਦਿਸ ਇਜ਼ ਮਾਈ ਪੈਸ਼ਨ ਐਂਡ ਆਈ ਐਮ ਗੋਇੰ ਟੂ ਫੋਲੋ ਦਿਸ ਐਂਡ ਬੀ ਐਨ ਐਕਟਰੈਸ ਵਨ ਡੇ? ਵਾਈਲ ਗਰੋਇੰਗ ਅਪ ਨਾ, ਮੇਰਾ ਨਾ, ਮੈਂ ਤੁਹਾਨੂੰ ਦੱਸਾਂ, ਕਿਸੇ ਤੁਸੀਂ ਮਿਲੋਗੇ ਨਾ ਮੇਰੇ ਬਚਪਨ ਦੇ ਜਿਹੜੇ ਲੋਕ ਜਿਹੜੇ ਮੈਨੂੰ ਜਾਣਦੇ ਆ, ਮੇਰੇ ਕਲਾਸਮੇਟਸ ਕਈ ਕਹਿਣਗੇ ਤੁਹਾਨੂੰ ਕਿ ਇਹ ਬਹੁਤ ਚੁੱਪ ਬੱਚਾ ਸੀ, ਬੋਲਦੀ ਨਹੀਂ ਸੀ ਬਿਲਕੁਲ ਵੀ, ਇੰਟਰੋਵਰਟ। ਸਕੂਲ ਦੇ ਜਿਹੜੀਆਂ ਹੋਸਟਲ ਦੀਆਂ ਦੀਦੀਆਂ ਸੀਗੀਆਂ ਜਾਂ ਜਿਨ੍ਹਾਂ ਨਾਲ ਮੈਂ ਉੱਥੇ ਖੇਡਦੀ ਸੀ, ਉਹ ਕਹਿੰਦੀਆਂ ਸੀ ਚੁੱਪ ਨਹੀਂ ਹੁੰਦੀ। ਤੇ ਮਤਲਬ ਜਿੰਨੇ ਵੀ ਲੋਕ ਮੇਰੇ ਆਲੇ ਦੁਆਲੇ ਸੀ ਨਾ, ਉਹਨਾਂ ਸਾਰਿਆਂ ਦੇ ਉੱਤੇ ਮੇਰਾ ਇੱਕ ਡਿਫਰੈਂਟ ਇੰਪ੍ਰੈਸ਼ਨ ਪੈਂਦਾ ਹੁੰਦਾ ਸੀ। ਆਈ ਡੋਨਟ ਨੋ ਵਾਈ। ਮੇਬੀ ਸਿਲੈਕਟਿਵ ਲੋਕਾਂ ਨਾਲ ਯੂ ਆਰ ਕਲੋਜ਼ਰ ਐਂਡ ਹਾਂ, ਮੇਬੀ ਸ਼ਾਇਦ ਇਹ, ਪਰ ਮੈਂ ਕਦੇ ਵੀ ਕੁਛ ਉਹ ਕੈਲਕੂਲੇਟ ਕਰਕੇ ਨਹੀਂ ਬੋਲਿਆ ਕਦੇ ਵੀ, ਜਿੱਥੇ ਵੀ ਉਦਾਂ ਹੀ ਰਿਹਾ। ਉਹ ਜਿੱਦਾਂ ਮੈਂ ਵੱਡੀ ਹੋਈ ਨਾ, ਤੇ ਮੈਨੂੰ ਮੇਰਾ ਐਕਚੁਅਲ ਚ ਮੈਂ ਕੀ ਐਕਸਪ੍ਰੈਸ ਕਰਨਾ ਚਾਹੁੰਦੀ ਹਾਂ ਮੈਨੂੰ ਸਮਝ ਨਹੀਂ ਸੀ ਆਉਂਦਾ। ਸੋ ਉਹ ਤੁਹਾਨੂੰ ਇੱਕ ਟੀਨੇਜ ਦੇ ਵਿੱਚ ਤੁਹਾਨੂੰ ਵੈਸੇ ਵੀ ਫਰਸਟ੍ਰੇਸ਼ਨਸ ਬਹੁਤ ਹੁੰਦੀਆਂ ਹਾਰਮੋਨਲ ਚੇਂਜਸ ਕਰਕੇ, ਐਂਡ ਤੁਹਾਨੂੰ ਨਾ ਤੁਸੀਂ ਵੱਡਿਆਂ ਚ ਰਹਿੰਦੇ ਹੋ, ਨਾ ਤੁਸੀਂ ਛੋਟਿਆਂ ਚ ਰਹਿੰਦੇ ਹੋ। And me and my big mouth, I used to get in trouble a lot of times। तो फिर मैं बहुत सारियां ਜਿਹੜੀਆਂ ਗੱਲਾਂ ਸੀ ਨਾ ਮੈਨੂੰ ਸਮਝ ਨਹੀਂ ਸੀ ਆਉਂਦੀਆਂ ਮੈਂ ਐਕਸਪ੍ਰੈਸ ਕਿੱਦਾਂ ਕਰਾਂ। ਤੇ
ਕਾਲਜ ਜਦੋਂ ਗਈ ਮੈਂ ਤੇ ਉੱਥੇ ਮੈਂ ਗਿੱਧੇ ਦੀ ਟੀਮ ਦੇ ਨੂੰ ਜੁਆਇਨ ਕੀਤਾ। ਉਹਦੇ ਚ ਗਿੱਧਾ ਪਾਉਂਦੀ ਸੀ, ਫੋਕ ਸੌਂਗਸ ਦਾ ਸ਼ੌਕ ਹੁੰਦਾ ਸੀ ਤੇ ਇਸ ਕਰਕੇ ਉਹ ਗਾਣੇ ਤੇ ਮੈਂ ਬਹੁਤ ਇੰਜੋਏ ਕੀਤਾ। ਤੇ ਪਾਪਾ ਨੇ ਮੈਨੂੰ ਇੱਕ ਦਿਨ ਕਹੀ ਇੰਨੀ ਗੱਲ ਵੀ 2 ਸਾਲ ਗਿੱਧਾ ਪਾ ਲਿਆ ਤੇ BA ਫਸਟ ਈਅਰ ਚ ਗਈ ਤੇ ਮੈਨੂੰ ਪਾਪਾ ਕਹਿੰਦੇ ਕਿ ਤੂੰ ਪਲੇ ਕਿਉਂ ਨਹੀਂ ਕਰਦੀ ਕਾਲਜ ਪਲੇ। ਉਦੋਂ ਤਾਂ ਤੇ ਕੀਤਾ ਨਹੀਂ ਮੈਨੂੰ ਸੀ ਏਦਾਂ ਕੋਈ ਲੱਗਦਾ ਸੀ ਵੀ ਮੈਂ ਪਲੇ ਨਹੀਂ ਸੀ ਕੀਤਾ। ਮੈਂ ਸਕੂਲ ਛੋਟੇ ਕਾਲਜ ਹੁੰਦੇ ਐਜ਼ ਚਾਈਲਡ ਆਰਟਿਸਟ ਸਕੂਲ ਦੇ ਵਿੱਚ ਵੀ ਮੈਨੂੰ ਕਿਉਂਕਿ ਮੈਂ ਐਵਰੇਜ ਸਟੂਡੈਂਟ ਸੀ ਤੇ ਜਿਹੜੇ ਬਹੁਤ ਟੌਪਰ ਹੁੰਦੇ ਸੀਗੇ ਉਹਨਾਂ ਨੂੰ ਟੀਚਰਸ ਜ਼ਿਆਦਾ ਲੈਂਦੇ ਸੀਗੇ। ਮੈਨੂੰ ਯਾਦ ਹੈ ਮੈਂ ਸਕੂਲ 'ਚ ਇੱਕ ਵਾਰੀ ਪਲੇ ਕੀਤਾ ਸੀ ਜਿਵੇਂ ਬੱਕਰੀ ਦਾ ਰੋਲ ਕੀਤਾ। ਕਿਹਦਾ ਬੱਕਰੀ ਦਾ? ਬੱਕਰੀ ਦਾ ਉਹ ਇੱਕ ਏਦਾਂ ਝੁੱਕ ਕੇ ਬਸ ਅਸੀਂ ਸਟੇਜ ਤੇ ਇੱਕ ਚੱਕਰ ਲਾਣਾ ਸੀ ਵਾਈਟ ਡਰੈਸ ਪਾ ਕੇ ਸਾਰੇ ਤੇ ਕਿੰਨੀਆਂ ਬੜੀਆਂ ਬੱਕਰੀਆਂ 'ਚ ਇੱਕ ਮੈਂ ਬੱਕਰੀ ਸੀ। ਸੋ ਮੈਨੂੰ ਕਦੇ ਸਕੂਲ ਟਾਈਮ ਦੇ ਵਿੱਚ ਮੈਨੂੰ ਨਹੀਂ ਚਾਂਸ ਹੀ ਨਹੀਂ ਮਿਲਿਆ ਕਦੇ। ਤੇ ਐਜ਼ ਚਾਈਲਡ ਆਰਟਿਸਟ ਮੈਂ ਕੰਮ ਕੀਤਾ ਪੰਜਾਬੀ ਸ਼ੋਜ਼ ਵਗੈਰਾ ਥੋੜਾ ਬਹੁਤ ਜ਼ਿਆਦਾ। ਪਰ ਮੰਮੀ ਪਾਪਾ ਨੂੰ ਦੋਵਾਂ ਨੂੰ ਇਦਾਂ ਸੀਗਾ ਕਿ ਇਹ ਪਹਿਲਾਂ ਤੁਸੀਂ ਆਪਣੀ ਪੜ੍ਹਾਈ ਇੱਕ ਫਾਰਮਲ ਐਜੂਕੇਸ਼ਨ ਖਤਮ ਕਰੋ ਉਸ ਤੋਂ ਬਾਅਦ ਇੱਧਰ ਆਓ। ਤੇ ਉਸ ਤੋਂ ਪਹਿਲਾਂ ਕਦੇ ਮਿਲਿਆ ਨਹੀਂ। ਪਰ ਉਸ ਤੋਂ ਬਾਅਦ ਇੱਧਰ ਆਓ ਮੀਨਸ ਕਿ ਕਿਤੇ ਨਾ ਕਿਤੇ ਸੀ ਮੰਮੀ ਪਾਪਾ ਦੇ ਦਿਮਾਗ 'ਚ ਜਾਂ ਨਹੀਂ? ਉਹਨਾਂ ਦਾ ਇਹ ਨਹੀਂ ਸੀਗਾ ਵੀ ਤੁਸੀਂ ਐਕਟਿੰਗ ਵੱਲ ਜਾਣਾ, ਉਹਨਾਂ ਨੂੰ ਸੀਗਾ ਜੋ ਵੀ ਪ੍ਰੋਫੈਸ਼ਨ ਚੂਜ਼ ਕਰਨਾ ਆ। ਹਾਂ, ਉਹਨਾਂ ਨੇ ਤੇ ਖੈਰ ਇਹ ਦੇਖ ਲਿਆ ਹੋਣਾ ਵੀ ਹਾਂ ਇਹ ਇੰਜੋਏ ਕਰਦੀ ਆ ਪਰਫਾਰਮ ਕਰਨਾ। ਜਿੱਦਾਂ ਗਿੱਧਾ ਪਾਉਂਦੀ ਸੀ, ਕਿਸੇ ਨੇ ਘਰ ਆਉਣਾ ਤੇ ਮਤਲਬ ਮੈਂ ਤੇ ਸੂਫੀ ਨੇ ਅਸੀਂ ਐਕਚੁਅਲੀ ਟੇਬਲ ਜਿਹੜਾ ਅਸੀਂ 2 ਟੇਬਲ ਜੋੜ ਕੇ ਉਹਦਾ ਸਟੇਜ ਬਣਾ ਕੇ ਤੇ ਅਸੀਂ ਫਿਰ ਉਹ ਭਾਵੇਂ ਬੋਰ ਹੋਵੇ ਭਾਵੇਂ ਕੁਛ ਹੋਵੇ ਉਹਨੂੰ ਐਸੀ ਪਰਫਾਰਮੈਂਸ ਸਿਖਾਉਂਦੇ ਸੀ ਆਪਣੀ। ਸੋ ਉਹ ਸੀ ਮਤਲਬ ਉਹ ਟੌਰਚਰ। ਬੜੇ ਸਾਰੇ ਗੈਸਟ ਜਿਹੜੇ ਸਾਡੇ ਘਰ ਆਏ ਉਹਨਾਂ ਨੇ ਸਿਆ ਤੇ ਛੋਟੇ ਹੁੰਦੇ ਆਰਟਿਸਟ ਜਿਹੜੇ ਸਾਡੇ ਘਰੇ ਬਹੁਤ ਹੁਣ ਸਭ ਨੂੰ ਦੱਸਦੇ ਹੋਣੇ ਆ ਕਿ ਇਹ ਸਾਡੀਆਂ ਕੁੜੀਆਂ ਆ, ਅਸੀਂ ਇਹਨਾਂ ਦੀ ਜਿੱਦਾਂ ਹੰਸ ਅੰਕਲ ਹੋਣੀ ਆਉਂਦੇ ਹੁੰਦੇ ਸੀਗੇ, ਤੁਸੀਂ ਉਹਨਾਂ ਦਾ ਬੁੱਕ ਵੀ ਲਿਖਿਆ ਉਹ ਘਰੇ ਆਉਂਦੇ ਹੁੰਦੇ ਸੀ। ਗੁਰਦਾਸ ਮਾਨ ਜੀ ਆਉਂਦੇ ਸੀ ਕਦੇ ਉਹਨਾਂ ਨੂੰ ਮਤਲਬ ਇੰਨੇ ਵੱਡੇ ਆਰਟਿਸਟ ਜਦੋਂ ਆਉਂਦੇ ਸੀਗੇ, ਸਰਦੂਲ ਜੀ ਆਉਂਦੇ ਸੀ, ਨੂਰੀ ਦੀਦੀ ਹੋਣੀ ਆਉਂਦੇ ਸੀ, ਉਹਨਾਂ ਨੂੰ ਦੇਖਦੇ ਸੀ ਤੇ ਇੱਕ ਸੁੱਤੇ ਸਿੱਧ ਬੱਚੇ ਤੇ ਅਸਰ ਤੇ ਹੁੰਦਾ ਆ ਪਰਫਾਰਮੈਂਸਿਸ ਦਾ, ਇਹ ਸਾਰੀਆਂ ਗੱਲਾਂ ਦਾ। ਪਰ ਮੈਨੂੰ ਐ ਨਹੀਂ ਸੀ ਕਦੇ ਪਤਾ ਵੀ ਮੈਂ ਐਜ਼ ਐਨ ਐਕਟਰ ਇੱਧਰ ਆ ਸਕਦੀ ਹਾਂ। ਜਦੋਂ ਮੈਂ ਕਾਲਜ ਚ ਗਈ ਤੇ ਮੈਨੂੰ ਪਾਪਾ ਨੇ ਪਹਿਲੀ ਵਾਰੀ ਕਿਹਾ ਕਿ ਤੂੰ ਪਲੇ ਕਿਉਂ ਨਹੀਂ ਕਰਦੀ, ਪਲੇ ਕਰਨਾ ਚਾਹੀਦਾ ਤੈਨੂੰ। ਤੇ ਪਾਪਾ ਦੇ ਕਹਿਣ ਤੇ ਮੈਂ ਆਡੀਸ਼ਨ ਦੇਣ ਗਈ। ਮੈਨੂੰ ਪਤਾ ਲੱਗਾ ਕਿ ਪੰਜਾਬੀ ਦੇ ਵਿੱਚ ਪਲੇ ਹੋ ਰਿਹਾ ਤੇ ਉਹਦਾ ਮੈਂ ਆਡੀਸ਼ਨ ਦਿੱਤਾ ਤੇ ਉਹ ਮੇਰਾ ਕਲੀਅਰ ਹੋ ਗਿਆ ਤੇ ਉਹਨਾਂ ਨੇ ਕਿਹਾ ਵੀ ਠੀਕ ਹੈ ਅਸੀਂ ਮੈਨੂੰ ਕਾਸਟ ਕਰ ਲਿਆ। ਉਹ 8 ਮਿੰਟ ਦਾ ਪਲੇ ਸਾਡਾ ਜਦੋਂ ਰੈਡੀ ਹੋਇਆ ਤੇ ਜਿਹੜੇ ਸਾਡੇ ਪਲੇ ਉਦੋਂ ਕਰਾ ਰਹੇ ਸੀਗੇ ਸਾਡੇ ਪ੍ਰਿੰਸੀਪਲ ਮੈਮ ਨੇ ਦੇਖਿਆ ਤੇ ਉਹਨਾਂ ਨੂੰ ਬਹੁਤਾ ਪਸੰਦ ਨਹੀਂ ਆਇਆ। ਉਹਨਾਂ ਨੇ ਕਿਹਾ ਕਿ ਨਹੀਂ ਇਹ ਨਹੀਂ ਅਸੀਂ ਕੋਈ ਹੋਰ ਪਲੇ ਕਰਾਂਗੇ। ਤੇ ਉਹਨਾਂ ਦੇ ਡਿਸਾਈਡਡ ਕਿ ਦੇ ਆਰ ਗੋਇੰਗ ਟੂ ਡੂ ਅ ਹਿੰਦੀ ਪਲੇ, ਓਕੇ, ਤਾਂ ਕਿ ਉਹ ਲੈਂਗੁਏਜ ਦਾ ਬੈਰੀਅਰ ਨਾ ਰਵੇ, ਅੱਗੇ ਵੀ ਜਾਏ। ਹੁਣ ਹਿੰਦੀ ਮੈਂ ਉਦਾਂ ਹਿੰਦੀ ਬੋਲਦੀ ਸੀ ਜਿੰਨੀ ਸਕੂਲ ਚ ਅਸੀਂ ਸਿੱਖੀ ਸੀ, ਪੜ੍ਹੀ ਵੀ ਸੀ, ਲਿਖੀ ਵੀ ਸੀ, ਪਰ ਇੱਕ ਪੰਜਾਬ ਚ ਰਹਿਣ ਵਾਲਿਆਂ ਦਾ ਉਹਨਾਂ ਫਲੋ ਨਹੀਂ ਹੁੰਦਾ ਹਿੰਦੀ ਦਾ। ਤੇ ਮੈਨੂੰ ਏਦਾਂ ਲੱਗਦਾ ਸੀ ਕਿ ਮੈਂ ਹਿੰਦੀ ਬੋਲ ਨਹੀਂ ਸਕਦੀ। ਸੋ ਮੰਮੀ ਤੇ ਸੂਫੀ ਇਹ ਦੋਵਾਂ ਜਣਿਆਂ ਨੇ ਮੈਨੂੰ ਫੋਰਸ ਕੀਤਾ ਕਿ ਤੂੰ ਭਾਵੇਂ ਕਰੇ ਭਾਵੇਂ ਨਾ ਕਰੇ ਤੂੰ ਆਡੀਸ਼ਨ ਦੇ ਕੇ ਆਉਣਾ। ਨਹੀਂ ਤਾਂ ਮੈਂ ਪਹਿਲਾਂ ਹੀ ਸੋਚ ਕੇ ਬਹਿ ਗਈ ਸੀ ਮੈਂ ਨਹੀਂ ਕਰਨਾ, ਹਿੰਦੀ ਕਿੱਥੋਂ ਮੇਰੇ ਕੋਲ ਹੋਣਾ, ਮੈਂ ਨਹੀਂ। ਹਾਂ, ਮੈਂ ਗਈ ਤੇ ਤੁਸੀਂ ਜਾਣਦੇ ਹੋ ਦਲਜਿੰਦਰ ਸਰ ਹੋਣਾ ਨੂੰ? ਹਾਂਜੀ ਸੰਤੋਸ਼ ਹਾਂਜੀ ਉਹ ਡਾਇਰੈਕਟ ਕਰ ਰਹੇ ਸੀ ਪਲੇ। ਕਜਰੀ ਬਨ ਕਰਕੇ ਲక్ష్ਮੀ ਨਾਰਾਇਣ ਲਾਲ ਦਾ ਪਲੇ ਸੀਗਾ, ਉਹ ਡਾਇਰੈਕਟ ਕਰ ਰਹੇ ਸੀ। ਸੋ ਮੈਂ ਆਡੀਸ਼ਨ ਦਿੱਤਾ ਤੇ ਸਾਰਿਆਂ ਦੀ ਕਾਸਟਿੰਗ ਹੋ ਗਈ, ਸਿਰਫ ਮੈਨੂੰ ਨਹੀਂ ਸੀ ਪਤਾ ਕਿ ਮੈਂ ਕਿਹੜਾ ਰੋਲ ਕਰ ਰਹੀ ਹਾਂ। ਓਕੇ, ਪਰ ਮੈਨੂੰ ਐਵਰੀਡੇ ਬੁਲਾਇਆ ਜਾਂਦਾ ਸੀ, ਮੈਂ ਜਾਂਦੀ ਸੀ, ਮੈਂ ਸੀਨ ਪਰਫਾਰਮ ਕਰਦੀ ਸੀ। ਆਈ ਹੈਡ ਨੋ ਆਈਡੀਆ ਕਿ ਪਲੇ ਕੀ ਆ, ਕਿਹੜਾ ਆ ਰੋਲ ਕੀ ਹੈ। ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਮੇਰਾ ਰੋਲ ਹੋਇਆ ਕਿ ਨਹੀਂ ਹੋਇਆ। ਅੱਛਾ, ਇੱਕ ਰੋਲ ਸੀ ਕਜਰੀ ਦਾ ਰੋਲ ਸੀ, ਮੇਰੇ ਚ ਇੰਨੀ ਵੀ ਸਮਝ ਨਹੀਂ ਸੀ ਕਿ ਕਜਰੀ ਬਨ ਹੈ ਤੇ ਕਜਰੀ ਦਾ ਰੋਲ ਮੇਨ ਰੋਲ ਹੋਏਗਾ। ਇੰਨੀ ਵੀ ਸਮਝ ਨਹੀਂ ਸੀ ਕਿਉਂਕਿ ਮੈਂ ਪੜ੍ਹਿਆ ਹੀ ਨਹੀਂ ਸੀਗਾ ਫਸਟ ਟਾਈਮ ਨਾਲੇ ਉਦਾਂ। ਹਾਂਜੀ ਉਹ ਆਡੀਸ਼ਨ ਵਾਸਤੇ ਜਿਹੜੇ ਉਹਨਾਂ ਨੇ ਡਾਇਲੌਗ ਦਿੱਤੇ ਉਹ ਮੈਂ ਆਪਣੇ ਵੱਲੋਂ ਕੀਤੇ। ਸਰ ਨੂੰ ਕੁਝ ਲੱਗਾ ਹੋਣਾ ਠੀਕ, ਕੁਝ ਗਲਤ ਲੱਗਾ ਹੋਣਾ, ਕਰਾਉਂਦੇ ਰਹੇ। ਇਵੈਂਚੁਅਲੀ ਜਦੋਂ ਸਾਰੀ ਕਾਸਟ ਹੋ ਗਈ ਫਾਈਨਲ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਸਰ ਮੇਰਾ ਕਿਹੜਾ ਰੋਲ ਹੈ, ਕਿ ਤੂੰ ਕਜਰੀ ਦਾ ਰੋਲ ਕਰ ਰਹੀ। ਮੈਂ ਕਿਹਾ ਅੱਛਾ ਜੀ। ਫਿਰ ਅਸੀਂ ਉਦੋਂ ਵੀ ਮੈਨੂੰ ਆਈਡੀਆ ਨਹੀਂ ਸੀਗਾ ਕਿ ਇਹ ਮੇਨ ਰੋਲ ਹੈ। ਸਰ ਅਸੀਂ ਇੱਕ ਦਿਨ ਸਾਰੀ ਟੀਮ ਜਦੋਂ ਇਕੱਠੀ ਹੋ ਗਈ, ਰਿਹਰਸਲ ਸ਼ੁਰੂ ਹੋਣ ਵਾਲੀਆਂ ਸੀਗੀਆਂ ਪ੍ਰੋਪਰ, ਤੇ ਉਦੋਂ ਅਸੀਂ ਕਿਹਾ ਕਿ ਸਰ ਤੁਸੀਂ ਇੱਕ ਵਾਰੀ ਸਾਨੂੰ ਪਲੇ ਦੱਸ ਦਿਓ ਕਿਹੜਾ ਵੀ, ਪੜ੍ਹ ਕੇ ਸੁਣਾ ਦਿਓ। ਔਰ ਦੀਦੀ ਉਹਨਾਂ ਨੂੰ ਵਰਡ ਟੂ ਵਰਡ ਯਾਦ ਸੀ ਪਲੇ ਪੂਰਾ। ਉਹਨਾਂ ਨੇ ਪੂਰਾ ਪਲੇ ਸਾਨੂੰ ਸਾਰੀ ਟੀਮ ਨੂੰ ਇਕੱਠੇ ਬੋਲ ਕੇ ਮਤਲਬ ਇੱਕੋ ਸਾਹ ਚ ਉਹਨਾਂ ਨੇ ਪੂਰਾ ਸੁਣਾਇਆ। ਉਧਰ ਉਸ ਟਾਈਮ ਤੇ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਆਹ ਪਲੇ ਹੈ ਤੇ ਆਹ ਮੇਰਾ ਰੋਲ ਹੈ ਤੇ ਮੈਂ ਡਰ ਗਈ। ਏਦਾਂ ਡਰੀ
ਮੈਂ ਬਹੁਤ ਬੁਰਾ ਹਾਲ ਹੋਇਆ ਮੇਰਾ। ਮਤਲਬ ਮੈਨੂੰ ਖੁਸ਼ੀ ਤਾਂ ਬਾਅਦ ਚ ਹੁੰਦੀ ਨਾ ਕਿ ਤੁਹਾਨੂੰ ਮੇਨ ਰੋਲ ਮਿਲਿਆ, ਮੈਨੂੰ ਲੱਗਾ ਇਹ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਪਾਤੀ, ਮੈਂ ਤਾਂ ਹਿੰਦੀ ਨਹੀਂ ਬੋਲਣੀ ਆਉਂਦੀ ਮੈਨੂੰ। ਫਿਰ ਉਸ ਪਲੇ ਨੇ ਨਾ ਬਹੁਤ ਚੀਜ਼ਾਂ ਮੇਰੇ ਲਈ ਕਲੀਅਰ ਕੀਤੀਆਂ। ਮੈਂ ਛੁੱਟੀਆਂ ਚ ਨਾ ਮੈਂ ਕਿਹਾ ਵੀ ਮੈਂ ਹੋਸਟਲ ਚ ਹੀ ਰਹਿਣਾ, ਮੈਂ ਘਰ ਨਹੀਂ ਜਾਣਾ, ਜੇ ਮੈਂ ਘਰ ਜਾ ਕੇ ਦੀਵਾਲੀ ਤੇ ਪਟਾਕੇ ਚਲਾਏ ਮੈਂ ਰੋਲ ਚੋਂ ਬਾਹਰ ਨਾ ਹੋ ਜਾ। ਬੜਾ ਪ੍ਰੋਪਰ ਮੈਥਡ ਐਕਟਰ ਵਾਲਾ ਹੁੰਦਾ ਨਾ, ਮਤਲਬ ਇੱਕ ਤਰੀਕੇ ਨਾਲ ਮੈਨੂੰ ਪਤਾ ਨਹੀਂ ਸੀਗਾ ਕਿ ਹਾਊ ਟੂ ਅਪਰੋਚ। ਹਾਂ ਐਗਜ਼ੈਕਟਲੀ। ਤੇ ਦੂਜਾ ਇਹ ਨਹੀਂ ਸੀ ਪਤਾ ਹਾਊ ਟੂ ਆਈ ਮੀਨ ਹਾਊ ਟੂ ਅਪਰੋਚ ਅ ਰੋਲ, ਆਈ ਹੈਡ ਨੋ ਆਈਡੀਆ। ਸੋ ਮੈਨੂੰ ਜੋ ਮੇਰੀ ਸਮਝ ਸੀਗੀ ਉਸ ਹਿਸਾਬ ਨਾਲ ਮੈਂ ਕੀਤਾ, ਰੋਲ ਅਪਰੀਸ਼ੀਏਟ ਹੋਇਆ, ਫਿਰ ਉਹ ਤੋਂ ਥੋੜਾ ਜਿਹਾ ਕੌਨਫੀਡੈਂਸ ਆਇਆ। ਔਰ ਕਜਰੀਬਨ ਕਰਨ ਤੋਂ ਬਾਅਦ ਮੈਂ ਕਲੀਅਰ ਹੋ ਗਈ ਸੀ ਕਿ ਮੈਂ ਐਕਟਿੰਗ ਦੇ ਵਿੱਚ ਹੀ ਜਾਣਾ, ਬਿਕੋਜ਼ ਹਾਂ ਮੈਨੂੰ ਏਦਾਂ ਲੱਗਦਾ ਕਿ ਮੈਨੂੰ ਨਹੀਂ ਸੀ ਪਤਾ ਮੈਂ ਕਰ ਸਕਦੀ ਕਿ ਨਹੀਂ ਕਰ ਸਕਦੀ ਦੀਦੀ, ਓਨੈਸਟਲੀ ਮੈਨੂੰ ਏਦਾਂ ਲੱਗਦਾ ਸੀ ਕਿ ਇਹ ਕਰਕੇ ਮੈਂ ਖੁਸ਼ ਹੁੰਦੀ, ਮੈਨੂੰ ਇਹ ਲੱਗਦਾ ਸਿਰਫ ਇੰਨਾ ਸੀ। ਹਾਂ ਸੋ ਮੈਨੂੰ ਇਹ ਕਰਕੇ ਮੈਨੂੰ ਲੱਗਾ ਕਿ ਹਾਂ ਮਤਲਬ ਮੇਰੀ, ਜੇ ਮੈਂ ਜਿੱਦਾਂ ਹੁਣ ਮੈਂ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਦੇਖਾਂ, ਤੇ ਜਿੱਦਣ ਮੈਂ ਛਪਾਕ ਵਾਸਤੇ ਮੈਨੂੰ ਕੀਤਾ ਗਿਆ, I had no idea what PIL meant. I had no idea. What does it mean? ਤੇ ਉਸ ਤੋਂ ਬਾਅਦ ਹੁਣ ਤੁਸੀਂ ਗੂਗਲ ਕਰਿਓ। ਮੇਰਾ ਵੀ ਇਹੀ ਹਾਲ ਸੀਗਾ। ਤੇ ਮੈਂ ਡਿਟੇਲ ਚ ਜਿਹੜਾ ਲਾਅ ਪੜਿਆ ਤਿਆਰੀ ਵਾਸਤੇ, ਜਿੱਦਾਂ ਸੋ ਉਹ ਮੈਨੂੰ ਇਹ ਨਹੀਂ ਸੀ ਪਤਾ ਵੀ ਮੈਂ ਕਰਨਾ ਕਿੱਦਾਂ, ਪਰ ਜਦੋਂ ਇੱਕ ਵਾਰੀ ਮੇਰੇ ਕੋਲ ਮੈਨੂੰ ਓਪਰਚੁਨਿਟੀ ਮਿਲ ਗਈ, ਫਿਰ ਮੈਂ ਆਪਣਾ ਪੂਰਾ ਜ਼ੋਰ ਲਾਇਆ। But you've come a long way, Sargi. You've come a long way. You've covered like. ਮੈਂ ਤੁਹਾਨੂੰ ਸੱਚੀ ਦੱਸਾਂ, ਇਹ ਬਹੁਤ ਵੱਡੀ ਬਲੇਸਿੰਗ ਹੁੰਦੀ ਹੈ ਕਿ ਤੁਸੀਂ ਤੁਹਾਡੀ ਐਵੋਕੇਸ਼ਨ ਵੀ ਹੋਵੇ, ਤੁਸੀਂ ਜੋ ਕਰਨਾ ਚਾਹੁੰਦੇ ਹੋ। Profession and passion is one and the same thing. ਹਾਂ ਸੋ ਮੈਨੂੰ ਇੱਕ ਦਿਨ ਵੀ ਨਹੀਂ ਏਦਾਂ ਲੱਗਾ ਕਿ ਮੈਂ ਕੰਮ ਕਰਦੀ ਪਈ ਹਾਂ, ਸੱਚੀ ਦੱਸਾਂ। ਮੈਂ ਹੁਣੀ recently I heard I was just watching this interview of Sudha Murthy, Narayan Murthy, Sudha Murthy. She said the same thing in other way. She said ਕਿ ਮੈਂ ਪਿਛਲੇ 46 years ਤੋਂ ਕਦੀ ਛੁੱਟੀ ਨਹੀਂ ਲਈ ਹੈ, ਕਿਉਂਕਿ ਛੁੱਟੀ ਤੇ ਕਹਿੰਦੇ ਉਹਨਾਂ ਲੋਕਾਂ ਨੂੰ ਚਾਹੀਦੀ ਹੈ ਜਿਨ੍ਹਾਂ ਨੂੰ ਜਿੱਦਾਂ ਪ੍ਰੋਫੈਸ਼ਨ ਚੋਂ ਥੱਕ ਜਾਂਦੇ ਆ, ਏਦਾਂ ਹੋ ਜਾਂਦੇ। ਮੈਂ ਜੋ ਕਰ ਰਹੀ ਹਾਂ ਸੋਸ਼ਲ ਐਕਟਿਵਿਜ਼ਮ, ਉਹ ਤੇ ਮਤਲਬ ਇਟਸ ਮਾਈ ਛੁੱਟੀ ਓਨਲੀ। ਸੋ ਮੈਨੂੰ ਉਹਦੇ ਤੋਂ ਛੁੱਟੀ ਲੈ ਕੇ ਮੈਂ ਕਿੱਥੇ ਜਾਣਾ, ਲਾਈਕ ਉਹ ਚੀਜ਼ ਦਾ। ਸੋ ਐਗਜ਼ੈਕਟਲੀ ਜਿਹੜੇ ਲੋਕ, ਤੁਸੀਂ ਮੈਨੂੰ ਦੱਸੋ ਤੁਸੀਂ ਹਾਊ ਡਿਡ ਯੂ ਬਿਕੇਮ ਅ ਰਾਈਟਰ? ਆਈ ਐਮ ਰੀਲੀ ਇੰਟਰਸਟਿਡ ਟੂ ਨੋ ਦੈਟ। ਮੈਂ ਐਗਜ਼ੈਕਟਲੀ ਹਾਫ ਦਾ ਸਟੋਰੀ ਉੱਥੋਂ ਹੀ ਚੇਪ ਲਵਾਂ ਤੇਰੇ ਵਾਲੀ ਇੱਥੇ ਕਰਕੇ, ਬਿਕੋਜ਼ I was when in school I was again a proper introvert. ਕੋਈ ਏਦਾਂ ਨਹੀਂ ਸੀ, ਬਟ ਮੈਨੂੰ because I am the eldest amongst 5 sisters, ਤੇ ਮੈਨੂੰ ਨਾ ਇੱਕ ਜਿਹੜੀ ਚੀਜ਼ ਹੈ ਬਹੁਤ ਬੋਦਰ ਕਰਦੀ ਰਹੀ ਹੈ ਸ਼ੁਰੂ ਤੋਂ। ਅਸੀਂ 3 ਜਣੇ ਅਸੀਂ ਆਪਣੇ ਨਾਨਕੇ ਰਹਿ ਕੇ, 3 of us were here in ਨਿਊਜ਼ਵਾ ਨਗਰ, 2 ਮੇਰੀਆਂ ਸਿਸਟਰਸ ਪਿੰਡ ਹੀ ਰਹਿੰਦੀਆਂ ਸੀ ਪੇਰੈਂਟਸ ਕੋਲ। ਪਰ ਮੈਨੂੰ ਇਹ ਇੰਨੀ ਬੈਡ ਫੀਲਿੰਗ ਆਉਂਦੀ ਸੀ ਨਾ, ਜਿਹਨੇ ਦੇਖਣਾ ਉਹਨੇ ਵਿਚਾਰਾ ਕਿੰਨਾ ਵਿਚਾਰਾ, ਕੁੜੀਆਂ ਨਾਲ ਘਰ ਭਰ ਗਿਆ ਵਿਚਾਰਾ, ਇਹਦਾ ਫਾਦਰ ਕੀ ਹੈ ਵਿਚਾਰਾ, ਇਹਦਾ ਮਦਰ ਕੀ ਹੈ ਵਿਚਾਰੀ, ਬਸ ਇਹ ਟੈਗ ਲੱਗਦੇ ਰਹੇ। ਸੋ ਉਹ ਅੰਦਰੋਂ ਨਾ ਛੋਟੇ ਹੁੰਦੇ ਤੋਂ ਜਿੱਦਾਂ ਇੰਨਾ ਕੁ ਗੁੱਸਾ ਸੁਸਾਇਟੀ ਲਈ ਭਰਿਆ ਹੋਇਆ ਸੀ ਕਿ ਆਈ ਸਟਾਰਟਡ ਰਾਈਟਿੰਗ, ਕਦੀ ਹਿੰਦੀ ਚ ਕਦੀ ਇੰਗਲਿਸ਼ ਚ 6th 7th ਤੋਂ, ਤੇ ਐਵੇਂ ਕਾਗਜ਼ ਤੇ ਲਿਖ ਕੇ ਕੱਢੀ ਜਾਣਾ। ਤੇ ਫਿਰ ਜਦੋਂ HMV ਵੀ ਗਈ, ਉੱਥੇ ਚਲੋ ਆ ਮੇਰੇ ਸਾਇੰਸ ਮੈਥਸ ਤੋਂ ਪਿੱਛਾ ਛੁੱਟ ਗਿਆ 10th ਤੋਂ। ਫਿਰ ਉੱਥੇ ਜਾ ਕੇ ਪਤਾ ਲੱਗਾ ਕਿ ਲੈਂਗੁਏਜਸ ਐਕਚੁਅਲੀ ਇਜ਼ ਮਾਈ ਸਟਰੈਂਥ। ਫਿਰ ਉੱਥੋਂ ਜਾ ਕੇ ਵੀ ਮੈਂ ਚਲੋ ਮੈਗਜ਼ੀਨ ਲਈ ਵਿੱਚੋਂ ਦੇਣੇ ਸ਼ੁਰੂ ਕਰ ਦਿੱਤੇ, ਬਟ ਆਈ ਕੈਪਟ ਰਾਈਟਿੰਗ ਫॉर ਮਾਈ ਸੈਲਫ। ਫਿਰ ਬਟ ਮੈਨੂੰ ਇੰਨਾ, ਜਿੱਦਾਂ ਯੂ ਸੈਡ ਕਿ ਕੋਈ ਚੀਜ਼ ਕਰਕੇ ਤੁਹਾਨੂੰ ਅੱਛੀ ਫੀਲਿੰਗ ਆਉਂਦੀ ਹੈ, ਭਾਵੇਂ ਉਹ ਪਬਲਿਸ਼ ਹੋਈ ਹੈ ਭਾਵੇਂ ਨਹੀਂ ਹੋਈ ਹੈ, ਬਹੁਤ ਕੁਝ ਏਦਾਂ ਹੁੰਦਾ ਰਿਹਾ। ਸੋ then I got this chance to, I sent one of my features to Hindustan Times and they approved, and then ਫਿਰ ਹੌਲੀ ਉਹਨਾਂ ਨੇ HT ਦੇ ਵਿੱਚ permanent space ਦੇ ਦਿੱਤੀ for 3 years। ਹਾਂ ਸੋ ਉਹ ਇਹ ਕਿ ਉਹ ਬਸ ਗੁੱਸਾ ਹੀ ਨਿਕਲਿਆ, ਥੋੜੀ ਫਰਸਟ੍ਰੇਸ਼ਨ ਦਾ ਜਿੱਦਾਂ ਵੈਂਟ ਸੀ ਨਾ। ਹਾਲਾਂਕਿ ਸਾਡੇ ਕੋਈ ਔਰ ਮੇਰੇ ਪੇਰੈਂਟਸ ਕੋਈ ਏਦਾਂ ਵੀ ਨਹੀਂ ਹੈ ਕਿ ਉਹ, ਮੇਰੇ ਨਾਨਾ ਜੀ ਸੀ ਸਾਡੇ ਬੇਸਿਕ ਜਿਹੜੀ ਫੋਰਸ ਸੀ ਨਾ ਪੜ੍ਹਾਈ ਲਈ। ਮਾਈ ਮਾਸੀ ਇਜ਼ ਅ ਗਾਇਨੋਕੋਲੋਜਿਸਟ, ਬਟ ਮੇਰੀ ਮਦਰ ਨੇ ਸਿਰਫ 7th ਤੱਕ ਪੜ੍ਹਾਈ ਕੀਤੀ ਹੈ, 7th 8th ਤੱਕ, ਡਿਊ ਟੂ ਸਮ ਫੈਮਿਲੀ ਇਸ਼ੂਜ਼। ਸੋ ਮੈਂ ਓਦਾਂ ਕੁਛ ਵੀ ਲਿਖਣਾ ਤੇ ਮੇਰੇ ਡੈਡ ਪੜ੍ਹ ਲੈਂਦੇ, ਪਰ ਉਹਨੂੰ ਜੁਆਇਨ ਕਰਕੇ ਸਮਝ ਏਦਾਂ ਨਹੀਂ, ਉਹਨਾਂ ਨੇ 10th ਕੀਤੀ ਹੈ। ਤੇ ਉਹ ਮੈਂ ਜਦੋਂ ਲਿਖਣਾ, ਮੈਨੂੰ ਇੱਕ ਫੀਲਿੰਗ ਬੜੀ ਅੱਛੀ ਆਉਣੀ ਹੈ ਸੋਚ ਕੇ ਕਿ
ਮੇਰੇ ਪੇਰੈਂਟਸ ਇੰਗਲਿਸ਼ ਪੜ੍ਹ ਨਹੀਂ ਪਾਉਂਦੇ, ਪਰ ਮੇਰੇ ਲਈ HT ਨੇ ਲੈਂਗੁਏਜ ਐਕਸਪਰਟ ਲਿਖ ਦਿੱਤਾ। ਫਿਰ ਮੈਂ ਇੱਕ ਇੱਕ ਚੀਜ਼ ਨਾ ਫੋਨ ਕਰਕੇ ਉਹਨਾਂ ਨੂੰ ਕਹਿਣੀ, ਆਹ ਜਿਹੜਾ ਸੈਂਟੈਂਸ ਹੈ ਨਾ, ਇਹਦਾ ਇਹ ਮਤਲਬ ਹੈ, ਇਹਦਾ ਇਹ ਮਤਲਬ। ਹੁਣ ਵੀ ਮੈਂ ਉਹਨਾਂ ਨੂੰ, ਤੇ ਉਹ ਹੀ ਮੈਨੂੰ, ਹੁਣ ਮੈਂ ਅੱਜ ਵੀ ਦੱਸਿਆ ਨਾ ਕਿ ਕਰਨੀ ਹੈ, ਪਹਿਲਾਂ ਜ਼ੂਮ ਮੀਟਿੰਗਸ ਬੁੱਕਸ ਲਈ ਹੋਈਆਂ, ਤੇ ਕਹਿੰਦੇ ਹੁਣ ਉਹ ਕਿਹੜਾ ਸਾਨੂੰ ਸਮਝ ਆਉਂਦੀ ਹੈ ਕਿ, ਤੇ ਮੈਂ ਕਿਹਾ ਮੈਂ ਸਰਗੀ ਵਾਲੀ ਪੰਜਾਬੀ ਚ ਕਰੂੰਗੀ। ਐਕਸੀਡੈਂਟਲ ਵੀ ਹੁੰਦੀ ਹੈ ਚੀਜ਼, ਪਰ ਉਹ ਕਿਤੇ ਨਾ ਕਿਤੇ ਦੱਬੀ ਤੇ ਹੋਈ ਹੁੰਦੀ ਹੈ। ਫਿਰ ਥੋੜੀ ਜਿਹੀ ਜਦੋਂ ਤੁਹਾਨੂੰ ਕੋਈ ਸਰੈਂਡੀਪਿਟੀ ਫਿਰ ਉਹ ਤੁਹਾਨੂੰ ਕਿਤੇ ਨਾ ਕਿਤੇ ਬਾਹਰ ਨਿਕਲਦੀ ਹੈ ਇਨ ਵਨ ਫॉर्म। ਤੇ ਸਰਗੀ ਟੀਵੀ ਹਾਊ ਡਿਡ, ਨਹੀਂ ਪਹਿਲਾਂ ਮੈਂ ਸਰਗੀ ਹਾਲੇ ਬੰਬੇ ਨਹੀਂ ਆਈ, ਹਾਲੇ ਉੱਥੋਂ ਹੀ ਸਰਗੀ ਹੁਣ 14-15 ਸਾਲ ਪਹਿਲਾਂ ਅਨੁਰਾਗ ਸਰਗੀ 1 ਯੂਨਿਟ ਬਣ ਗਏ, ਹਨਾ? ਇੰਨਾ ਹੀ ਹੋਇਆ ਨਾ ਟਾਈਮ? ਹਾਂਜੀ ਫਿਰ ਹਾਂਜੀ ਆਫੀਸ਼ੀਅਲੀ ਸਾਡਾ ਵਿਆਹ ਹੋਇਆ ਨੂੰ ਇਸ ਫੈਬਰੂਅਰੀ 16 ਇਅਰਸ ਹੋ ਜਾਣਾ। ਅੱਛਾ, ਸੋ ਕੰਗ੍ਰੈਚੁਲੇਸ਼ਨਸ ਔਨ ਦਿਸ ਬਿਊਟੀਫੁਲ ਜਰਨੀ। ਉਹ ਕਿੱਦਾਂ ਰਿਹਾ? ਹਾਊ ਹੈਜ਼ ਦਿਸ ਲਵ ਸਟੋਰੀ ਬੀਨ? ਮੈਂ ਜਦੋਂ ਤੁਹਾਨੂੰ ਦੋਨਾਂ ਨੂੰ ਦੇਖਦੀ ਹਾਂ ਨਾ, ਮੈਨੂੰ ਏਦਾਂ ਲੱਗਦਾ ਕਿ ਇੱਕ ਪਜ਼ਲ ਹੈ, ਉਹਦੇ 2 ਮਿਸਿੰਗ ਪੀਸਸ ਸੀ ਜਿਹੜੇ ਜੁੜ ਗਏ ਆ, ਤੇ ਹੁਣ ਲਾਈਕ ਇੰਨਾ ਟੇਲਰ ਮੇਡ ਫॉर ਈਚ ਅਦਰ ਹੈ ਨਾ, ਜਿੱਦਾਂ ਇੱਕ ਵਰਡ ਹੀ ਤੇ ਕਹਿਣਾ ਸਰਗੀ ਦਾ ਅਨੁਰਾਗ ਨੂੰ, ਔਰ ਉਹਨੂੰ ਸਾਰੀ ਸਟੋਰੀ ਸਮਝ ਆ ਜਾਣੀ, ਏਦਾਂ ਦੀ ਟਿਊਨਿੰਗ ਲੱਗਦੀ ਹੈ। ਉਹ ਟਿਊਨਿੰਗ ਸਾਡੀ ਮਤਲਬ ਵਿਆਹ ਤੋਂ ਬਾਅਦ ਹੋਰ ਵਧੀਆ ਹੋਈ ਹੈ ਸਾਡੀ ਟਿਊਨਿੰਗ। ਪਹਿਲਾਂ ਵੀ ਚੰਗੀ ਸੀ, ਮੈਂ ਪਹਿਲਾਂ ਵੀ ਜਿੱਦਾਂ ਤੁਹਾਨੂੰ ਦੱਸਿਆ ਹੀ ਸੀਗਾ ਕਿ ਅਸੀਂ ਦੋਨੇ ਜਣੇ ਬਚਪਨ ਦੇ ਫਰੈਂਡਸ ਆ। ਤਾਂ ਹੀ ਮੈਂ ਕਿਹਾ ਆਫੀਸ਼ੀਅਲੀ ਇੰਨੇ ਸਾਲ ਹਾਂ। ਸੋ the day I was born, ਇਹ ਕਿਉਂਕਿ ਅਨੁਰਾਗ ਦੇ ਮੰਮੀ ਮੇਰੇ ਮੰਮੀ ਸੇਮ ਡਿਪਾਰਟਮੈਂਟ ਚ ਪੜਾਉਂਦੇ ਸੀਗੇ, ਤੇ ਜਦੋਂ ਮੈਂ ਹੋਈ ਸੀ ਤੇ ਉਹ ਮੈਨੂੰ ਦੇਖਣ ਆਏ ਸੀ ਅਨੁਰਾਗ ਨੂੰ ਨਾਲ ਲੈ ਕੇ। ਅਨੁਰਾਗ ਮੇਰੇ ਤੋਂ 3 ਸਾਲਾਂ ਦਾ ਸੀ ਉਦੋਂ, ਤੇ ਉਹ ਸਾਡੀ ਦੋਨਾਂ ਦੀ ਫਸਟ ਮੀਟਿੰਗ ਹੈ। ਉਹ ਤੋਂ ਬਾਅਦ ਕਿੱਥੋਂ ਕਿੱਥੋਂ ਦੀ ਹੋ ਕੇ ਕਿੱਥੇ ਤਾਈਂ ਲੈ ਕੇ ਜਾਂਦੀ ਹੈ। ਫਿਰ ਉਹ ਅਸੀਂ ਵੱਡੇ ਮੋਸਟਲੀ ਬਿਲਕੁਲ ਬਚਪਨ ਚ, ਫਿਰ ਕਿਉਂਕਿ ਇਹ ਅੰਮ੍ਰਿਤਸਰ ਸੀਗੇ, ਅਸੀਂ ਜਲੰਧਰ ਆ ਗਏ ਸੀ। ਫਿਰ ਉਸ ਟਾਈਮ ਤੇ ਤਾਂ ਨਹੀਂ, ਪਰ ਹਾਂ ਇੱਕ ਟੀਨੇਜ ਦੇ ਟਾਈਮ ਤੇ ਫਿਰ ਅਸੀਂ ਦੁਬਾਰਾ ਇਕੱਠੇ ਹੋਏ, ਇਹ ਵੀ ਆ ਗਏ ਵਿੱਚ ਉਸ ਤੋਂ ਪਹਿਲਾਂ ਵੀ ਮਿਲਦੇ ਰਹਿੰਦੇ ਸੀਗੇ, ਪਰ ਏਦਾਂ ਨਹੀਂ ਸੀ। ਫਿਰ ਜਦੋਂ ਅਸੀਂ ਦੋਵੇਂ ਜਣੇ ਟੀਨੇਜਰਸ ਸੀਗੇ, ਉਦੋਂ ਸਾਡੀ ਦੋਸਤੀ ਹੋਈ। ਫਿਰ ਅਨੁਰਾਗ ਆਸਟ੍ਰੇਲੀਆ ਚਲਾ ਗਿਆ ਆਪਣੇ ਕੋਰਸ ਵਾਸਤੇ, ਤੇ ਫਿਰ ਹੌਲੀ ਹੌਲੀ ਸਾਡੀ ਫਰੈਂਡਸ਼ਿਪ ਜ਼ਿਆਦਾ ਗੂੜੀ ਹੋ ਗਈ। ਫਿਰ ਉਦੋਂ ਸਾਨੂੰ ਲੱਗਾ ਕਿ ਨਹੀਂ, ਇਹ ਤਾਂ ਕੁਝ ਹੋਰ ਹੋ ਰਿਹਾ ਹੁਣ, ਕਿਸੇ ਹੋਰ ਡਾਇਰੈਕਸ਼ਨ ਚੱਲ ਪਈ ਹੈ। ਫਿਰ ਉਹਨੇ ਵੀ ਆਪਣੇ ਪੇਰੈਂਟਸ ਨੂੰ ਕਿਹਾ, ਮੈਂ ਵੀ ਕਿਹਾ, ਤੇ ਦੋਵੇਂ ਕੂਲ ਸੀਗੇ, ਕਹਿੰਦੇ ਹਾਂ ਠੀਕ ਹੈ ਚਲੋ ਵਿਆਹ ਕਰ ਲਓ। ਫਿਰ ਅਸੀਂ ਘਰ ਖੇਡਣ ਲੱਗ ਗਏ। ਹਾਊ ਸਵੀਟ। ਮੈਂ ਬਹੁਤ ਅੱਛੀ ਫੀਲਿੰਗ ਆਉਂਦੀ ਹੈ। ਬਟ ਅਨੁਰਾਗ ਇੰਟਰੋਵਰਟ, ਸਰਗੀ ਵੀ ਇੰਟਰੋਵਰਟ, ਹਾਊ ਡੂ ਯੂ ਡਿਫਾਈਨ ਯੋਰ, ਕਿਹੜਾ ਐਡਜੈਕਟਿਵ? ਤੇ ਅਸੀਂ ਦੋਵੇਂ ਇੰਟਰੋਵਰਟ ਨਹੀਂ, ਵੀ ਬੋਥ ਆਰ ਐਂਬੀਵਰਟਸ ਆਈ ਵਿਲ ਸੇ, ਨਾ ਇੰਟਰੋਵਰਟ ਨਾ ਐਕਸਟਰੋਵਰਟ, ਅਸੀਂ ਵਿੱਚ ਵਿਚਾਲੇ ਜਿਹਾ। ਹਾਂਜੀ, ਕਿਉਂਕਿ ਕਾਫੀ ਥਾਵਾਂ ਤੇ ਅਨੁਰਾਗ ਵੀ ਜਿੱਥੇ ਕੰਫਰਟੇਬਲ ਫੀਲ ਕਰਦਾ ਤਾਂ ਬਹੁਤ ਖੁੱਲ ਜਾਂਦਾ, ਤੇ ਮੇਰਾ ਵੀ ਇਦਾਂ ਹੀ ਆ। ਸਰਗੀ, ਡੂ ਯੂ ਥਿੰਕ ਕਿ ਏਦਾਂ ਪਾਰਟਨਰਸ਼ਿਪ ਜਿਹੜੀ ਹੈ, ਤੁਸੀਂ ਦੋਨੋਂ ਬੀਇੰਗ ਦੋ ਆਰਟਿਸਟ ਦਾ ਹੋਣਾ ਜਾਂ ਇੱਕੋ ਚੀਜ਼ ਨੂੰ ਪੈਸ਼ਨੇਟਲੀ ਫੋਲੋ ਕਰਨਾ, it helps glue the relationship like more firmly? I think same profession ਚ ਹੋਣਾ help ਕਰਦਾ ਹੋਏਗਾ, I think so. ਬਟ ਮੈਂ ਇਦਾਂ ਦੇ ਵੀ ਮੇਰੇ ਕਈ ਫਰੈਂਡਸ, ਜਿੱਦਾਂ ਹੁਣ ਸੂਫੀ ਤਾਂ ਉਹਦਾ ਹਸਬੈਂਡ ਹੈ, they don't share a profession. ਬਟ ਦੋਵੇਂ ਜਣੇ ਉਹ ਜਿਗਸਾ ਪਜ਼ਲ ਵਾਲੀ ਜਿਹੜੀ ਤੁਸੀਂ ਗੱਲ ਕਰਦੇ ਹੋ, ਦੋਵੇਂ ਹੀ ਪੀਸ ਉਹ ਵੀ ਉਦਾਂ ਹੀ ਨੇ ਦੋਨੋਂ। ਸੋ ਆਈ ਥਿੰਕ ਇੱਕ ਦੂਜੇ ਦੇ ਪ੍ਰੋਫੈਸ਼ਨ ਦੀ ਰਿਸਪੈਕਟ ਹੋਣਾ ਤੇ ਇੱਕ ਦੂਜੇ ਦੇ ਪੈਸ਼ਨ ਦੀ ਰਿਸਪੈਕਟ ਹੋਣਾ ਜ਼ਰੂਰੀ ਹੈ। ਪ੍ਰੋਫੈਸ਼ਨ ਭਾਵੇਂ ਡਿਫਰੈਂਟ ਵੀ ਹੋਵੇ, ਜਿੱਦਾਂ ਤੁਸੀਂ ਜਿਹੜੀ ਸਟਰਗਲ ਇੱਕ ਫੇਜ਼ ਹੁੰਦੀ ਹੈ when you are like trying to establish yourself and get into new projects, ਕਿਉਂਕਿ ਤੁਸੀਂ ਪੈਸ਼ਨੇਟਲੀ, ਫਿਰ ਮੇਬੀ ਹਾਲੇ ਤੁਹਾਡੀ ਸ਼ਾਦੀ ਹੋਈ ਹੈ 2-4 ਸਾਲ, ਕੁਝ ਨਹੀਂ ਬਣ ਰਿਹਾ, you are going through that phase, ਇੱਕ frustration as a wife ਜਾਂ ਇੱਕ frustration as a husband, ਉਹ ਮੇਰੇ ਖਿਆਲ ਤੁਸੀਂ ਦੋਨੋਂ ਸੇਮ ਉਹ ਚੀਜ਼ ਨੂੰ, ਪੈਸ਼ਨ ਨੂੰ ਇੰਨਾ ਸਮਝਦੇ ਹੋ, ਤੁਹਾਨੂੰ ਪਤਾ ਹੈ ਕਿ ਅਸੀਂ ਲੱਗੇ ਨਹੀਂ, ਪਤਾ ਕੀ ਆ, ਅਸੀਂ ਸਾਡੇ ਦੋਨਾਂ ਦੀ ਥੈਂਕਫੁਲੀ ਰਿਲੇਸ਼ਨਸ਼ਿਪ ਚ ਸਭ ਤੋਂ ਵਧੀਆ ਗੱਲ ਇਹ ਰਹੀ ਕਿ ਨਾ ਕਦੇ ਉਹ ਹਸਬੈਂਡ ਬਣਿਆ, ਨਾ ਕਦੇ ਮੈਂ ਵਾਈਫ ਬਣੀ। ਹਸਬੈਂਡ ਵਾਈਫ ਵਾਲੀਆਂ ਸਾਡੀਆਂ ਕੋਈ ਪ੍ਰੋਬਲਮਸ ਨਹੀਂ ਆਈਆਂ, ਪਰ ਹਾਂ ਜਿੱਦਾਂ ਥੋੜਾ ਜਿਹਾ ਤੁਹਾਨੂੰ ਇਨੀਸ਼ੀਅਲੀ ਤੁਹਾਨੂੰ ਕੈਸ਼ ਕਰੰਚ ਹੁੰਦਾ ਆ, ਹਾਂ ਐਗਜ਼ੈਕਟਲੀ, ਇੱਕ ਦੂਜੇ ਨੂੰ ਥੋੜਾ ਜਿਹਾ ਕਈ ਵਾਰੀ ਉਹਦੇ ਨੇਚਰ ਨੂੰ ਤੁਹਾਨੂੰ ਨਵੀਆਂ ਚੀਜ਼ਾਂ ਲੱਗਦੀਆਂ, ਉਹਨੂੰ ਮੇਰੀਆਂ ਚੀਜ਼ਾਂ ਲੱਗਦੀਆਂ, ਬਟ
ਉਹ ਇੱਕ ਦੂਜੇ ਲਈ ਜਿਹੜਾ ਪਿਆਰ ਸੀਗਾ ਨਾ ਉਹ ਇੰਟੈਕਟ ਸੀਗਾ। ਤੇ ਮੈਨੂੰ ਇਹ ਪਤਾ ਸੀਗਾ ਉਹ ਆਪਣੇ ਕੰਮ ਨੂੰ ਲੈ ਕੇ ਬਹੁਤ ਪੈਸ਼ਨੇਟ ਹੈ, ਮੈਂ ਆਪਣੇ ਕੰਮ ਨੂੰ ਲੈ ਕੇ ਬਹੁਤ ਪੈਸ਼ਨੇਟ ਆ। ਸੋ ਸਾਨੂੰ ਏਦਾਂ ਕਦੇ ਨਹੀਂ ਲੱਗਾ ਵੀ ਕੁਛ ਨਹੀਂ ਹੋਣਾ, ਇਹ ਕਦੇ ਨਹੀਂ ਲੱਗਾ, ਨਾ ਉਹਨੂੰ ਲੱਗਾ ਨਾ ਮੈਨੂੰ ਲੱਗਾ। ਸੋ ਇਹ ਹੈ ਕਿ ਹਾਂ ਵਿਦ ਟਾਈਮ ਹੁਣ ਮੈਨੂੰ ਏਦਾਂ ਲੱਗਦਾ ਕਿ ਜੇ ਪਿੱਛੇ ਮੁੜ ਕੇ ਦੇਖੋ ਤੇ ਏਦਾਂ ਲੱਗਦਾ ਵੀ ਜਿੱਦਾਂ ਆਪਾਂ ਛੋਟੇ ਹੁੰਦੇ ਸਕੂਲ ਦੇ ਵਿੱਚ, ਤੁਸੀਂ ਸੋਚੋ ਕਿਸੇ ਵੇਲੇ ਕੋਈ ਸਹੇਲੀ ਇਕੱਠੀ ਕਰ ਦਿੰਦੀ ਸੀ, ਬੋਲਦੀ ਨਹੀਂ ਸੀ, ਤੇ ਕਿੰਨਾ ਆਪਣੇ ਲਈ ਮਤਲਬ ਦੁਨੀਆ ਹੀ ਖਰਾਬ ਹੋ ਜਾਂਦੀ ਸੀ, ਸਭ ਕੁਛ ਹੀ ਮੁੱਕ ਗਿਆ ਏਦਾਂ ਲੱਗਦਾ ਹੈ। ਹੁਣ ਓਦਾਂ ਦੀ ਫੀਲਿੰਗ ਆਉਂਦੀ ਹੈ ਉਸ ਟਾਈਮ ਵੱਲ ਵੇਖ ਕੇ, ਵੀ ਤੁਹਾਨੂੰ ਲੱਗਦਾ ਕਿ ਹਾਏ ਮੈਂ ਇਸ ਗੱਲ ਤੇ ਇੰਨੀ ਰੋਈ ਜਾਂਦੀ ਸੀ, ਏਦਾਂ ਦੀ ਗੱਲਾਂ ਤੇ ਵੀ ਮੈਂ ਪਰੇਸ਼ਾਨ ਹੋਈ ਹਾਂ, ਉਹ ਲੱਗਦਾ। ਉਹ ਫਿਰ ਥੋੜਾ ਬ੍ਰੌਡਰ ਪਿਕਚਰ, ਹਾਂ ਫਿਰ ਉਹ ਸਮਝ ਆਉਂਦਾ, ਤੁਹਾਨੂੰ ਲੱਗਦਾ ਕਿ ਸਭ ਤੋਂ ਵੱਡੀ ਗੱਲ ਇਹ ਸੀ ਵੀ ਅਸੀਂ ਦੋਵੇਂ ਇੱਕ ਦੂਜੇ ਦੇ ਨਾਲ ਸੀਗੇ। ਸੋ ਉਹ ਸਭ ਤੋਂ ਵੱਡੀ ਬਲੇਸਿੰਗ ਸੀ, ਇਸ ਕਰਕੇ ਉਹ ਟਾਈਮ ਨਿਕਲ ਗਿਆ। ਇੰਨਾ ਜ਼ਿਆਦਾ ਹੱਥ ਔਖੇ ਹੋਏ ਉਦੋਂ, ਪਰ ਹੁਣ ਸੋਚ ਕੇ ਪਿੱਛੇ ਮੁੜ ਕੇ ਦੇਖੇ ਤੇ ਏਦਾਂ ਲੱਗਦਾ ਕਿ ਹਰ ਚੀਜ਼ ਦਾ ਟਾਈਮ ਸੀ ਔਰ ਆਪਣੇ ਟਾਈਮ ਨਾਲ ਹੋਈ ਹੈ। ਜੇ ਪਹਿਲਾਂ ਮਿਲ ਜਾਂਦੀ ਸ਼ਾਇਦ ਅਸੀਂ ਬੌਂਦਲ ਜਾਂਦੇ। ਹਾਂ ਨਹੀਂ, ਟਰੂ ਉਹਨੂੰ ਹੈਂਡਲ ਕਰਨ ਦਾ, ਔਰ ਇੱਕ ਉਹਦਾ ਮਜ਼ਾ ਵੀ ਜਦੋਂ ਤੁਸੀਂ ਕਿਸੇ ਉੱਪਰ ਚੋਟੀ ਤੇ ਚੜਨਾ ਹੈ ਤੇ ਜਿਹੜਾ ਹੌਲੀ ਕਲਾਈਮ ਕਰਦੇ ਜਦੋਂ ਝੰਡਾ ਕੱਢਣਾ ਜਾ ਕੇ, ਜਿੱਦਾਂ ਕੇਸਰੀ ਨੇ, ਪੰਜਾਬ 1984 ਨੇ, ਅਨੁਰਾਗ has done so well in his field and we all, I think ਸਾਰਾ ਦੇਸ਼ ਹੀ ਪ੍ਰਾਊਡ ਹੈ, ਬਟ ਅਸੀਂ ਪੰਜਾਬੀ ਤਾਂ ਬਹੁਤ ਜ਼ਿਆਦਾ ਹੀ ਉਹਨੂੰ ਫਿਰ ਉਹ ਫਲੌਂਟ ਕਰਦੇ ਆ ਨਾ ਉਸ ਚੀਜ਼ ਨੂੰ। ਐਂਡ ਸੇਮ ਵਿਦ ਯੂ, ਮਤਲਬ ਮੈਂ ਓਨੈਸਟਲੀ ਦੱਸਦੀ ਹਾਂ ਕਿ ਮੈਂ ਅਗਨੀਪਥ ਦੇਖੀ ਨਹੀਂ ਹੈ, ਐਂਡ ਉਦੋਂ ਆਪਾਂ ਕਨੈਕਟਡ ਵੀ ਨਹੀਂ ਸੀ ਜਦੋਂ ਅਗਨੀਪਥ ਦਾ। ਬਟ ਜਦੋਂ ਉਹ ਗਾਣਾ, ਮੈਨੂੰ ਇੰਨਾ ਪਤਾ ਸੀ ਕਿ ਦਿਸ ਗਰਲ ਇਜ਼ ਫਰਮ ਜਲੰਧਰ ਐਂਡ ਸ਼ੀ ਇਜ਼ ਫਰਮ HMB, ਬਸ ਇੰਨਾ ਪਤਾ ਸੀ, ਬਿਕੋਜ਼ ਆਈ ਸੌ ਯੂ ਸਮਵੇਅਰ, a glimpse of you with ਹਰਭਜਨ ਮਾਨ ਦੀ ਕੋਈ ਮੂਵੀ ਦੇ ਵਿੱਚ, you were his sister। ਹਾਂਜੀ ਹਾਂ ਜੀ ਆਇਆਂ ਨੂੰ ਸੀ, ਹਾਂ ਕੁਝ ਏਦਾਂ ਮੈਨੂੰ ਇੰਨਾ ਯਾਦ ਹੈ। ਉਦੋਂ ਕਿਸੇ ਨੇ ਉਦੋਂ ਮੈਨੂੰ ਦੱਸਿਆ ਕਿ ਉਹ ਇਹ ਤਾਂ ਲੜਕੀ ਜਲੰਧਰ ਤੋਂ ਹੈ, ਤੇ ਉਦੋਂ ਬਸ ਮੈਨੂੰ ਇੰਨਾ ਪਤਾ ਕਿ ਹਾਂ ਇਹ ਤਾਂ ਏਦਾਂ ਹੈ। ਔਰ ਉਹਦੇ ਚ ਮੇਰਾ ਨਾਮ ਵੀ ਸਰਗੀ ਸੀ। ਹਾਂ ਯੈਸ, ਇੰਨਾ ਕੁ ਮੈਨੂੰ ਯਾਦ ਹੈ। ਓਰੀਜਨਲੀ ਕੈਰੈਕਟਰ ਦਾ ਨਾਮ ਜਿਹੜਾ ਸਕ੍ਰਿਪਟ ਸੀ ਰਾਜੀ ਸੀਗਾ, ਤੇ ਮਨਮੋਹਨ ਸਿੰਘ ਜੀ ਜਿਹੜੇ ਡਾਇਰੈਕਟਰ ਨੇ, ਉਹਨਾਂ ਨੇ ਕਿਹਾ ਯਾਰ ਇਹਦਾ ਨਾਮ ਸੋਹਣਾ ਹੈ, ਰਹਿਣ ਦੋ, ਇਹੀ ਰਹਿਣ ਦੋ, ਰਾਜੀ ਬੜਾ ਲਿਖਣਾ, ਸਰਗੀ ਚੱਲਣ ਨੇਮ ਹੈ। ਫਿਰ ਮੈਂ ਅਗਨੀਪਥ ਦਾ ਉਹ ਗਾਣਾ ਦੇਖਿਆ, ਹਾਲੇ ਮੈਂ ਮੂਵੀ ਨਹੀਂ ਦੇਖੀ ਹੈ, ਬਟ ਜਦੋਂ ਉਹ ਰਿਤਿਕ ਰੋਸ਼ਨ ਵਾਲਾ ਗਾਣਾ ਹੈ, ਮੁਝ ਮੇ ਕਹੀਂ ਬਾਕੀ ਥੋੜੀ ਸੀ ਹੈ ਜ਼ਿੰਦਗੀ, ਮੈਂ ਜਦੋਂ ਟੀਵੀ ਤੇ ਵੀ ਦੇਖਦੇ ਹੋਏ ਉਸ ਗਾਣੇ ਚੋਂ ਗਲਿੰਪਸ ਦੇਖੇ, I was like, she is Sargi, she is like ਇਹ ਤੇ ਉਹ like sharing the space with the screen space with such prominent like apni personalities like Priyanka Chopra ho gayi ya Ritik ho gaye, ye matlab we feel so proud. How was you, like what were you going through when you were evolving and you was ਉਹ ਸਾਰਾ ਜਿਹੜਾ ਐਕਸਪੀਰੀਅੰਸ ਸੀ? ਅਗਨੀਪਥ ਮੈਨੂੰ ਪਤਾ ਨਹੀਂ ਉਹਦੇ ਚ ਰੋਲ ਕਿੰਨਾ ਸੀ, ਕਿੱਦਾਂ ਸੀ। ਅਗਨੀਪਥ ਮੈਨੂੰ ਉਦੋਂ ਆਫਰ ਹੋਈ ਜਦੋਂ ਮੈਂ ਲਾਡੋ ਕਰ ਰਹੀ ਸੀਗੀ, ਤੇ ਉਦੋਂ ਮੈਨੂੰ ਕਾਲ ਆਇਆ ਸੀਗਾ, ਤੇ ਉਹ ਮੈਂ ਕੀਤੀ, ਤੇ ਫਿਲਮ ਚ ਮੇਰਾ ਰੋਲ ਜ਼ਿਆਦਾ ਸੀ, ਬਟ ਲਾਸਟ ਮਿੰਟ ਐਡਿਟ ਟੇਬਲ ਤੇ ਸਾਰਾ ਚੌਪ ਆਫ ਹੋ ਗਿਆ ਬਿਕੋਜ਼ ਆਫ ਲੈਂਥ ਇਸ਼ੂਜ਼। ਤੇ ਉਹ ਮੈਨੂੰ ਬੀਇੰਗ ਫਰੋਮ ਫੈਮਿਲੀ ਜਿਹੜੀ ਡਾਇਰੈਕਟਰਸ ਜਿਹਦੇ ਜ਼ਿਆਦਾ ਨੇ, ਬਹੁਤਾਤ ਡਾਇਰੈਕਟਰਸ ਦੀ ਹੈ ਸਾਡੇ ਟੱਬਰ ਚ, ਸੋ ਮੈਨੂੰ ਪਤਾ ਸੀਗਾ ਵੀ ਕਈ ਵਾਰੀ ਇਹ ਹੁੰਦਾ ਜ਼ਰੂਰੀ, ਇਹ ਚੀਜ਼ਾਂ ਚੌਪ ਆਫ ਕਰਨੀਆਂ ਜ਼ਰੂਰੀ ਹੁੰਦੀਆਂ ਫॉर द ਬੈਟਰਮੈਂਟ ਆਫ ਦ ਫਿਲਮ। ਅਲਟੀਮੇਟਲੀ ਡਾਇਰੈਕਟਰ ਦਾ ਮੀਡੀਅਮ ਹੈ ਤੇ ਉਹ ਉਹਨਾਂ ਦੀ ਕਾਲ ਹੈ। ਮੈਂ ਇਸ ਗੱਲ ਨੂੰ ਲੈ ਕੇ ਅਪਸੈਟ ਨਹੀਂ ਸੀ ਹੋਈ ਵੀ ਮੇਰਾ ਰੋਲ ਕੱਟਿਆ ਗਿਆ, ਬਟ ਹਾਂ ਉਹ ਜਿਹੜਾ ਓਪਰਚੁਨਿਟੀ ਮਿਲੀ ਉਹ ਚ ਸਿੱਖਣ ਨੂੰ ਬਥੇਰਾ ਕੁਝ ਮਿਲਿਆ, ਇੰਟਰਸਟਿੰਗ ਸੀਗਾ। ਮੈਨੂੰ ਥੋੜੇ ਦਿਨ ਪਹਿਲਾਂ ਹੀ ਮੈਂ ਤੇ ਅਨੁਰਾਗ ਅਸੀਂ ਗੱਲ ਕਰ ਰਹੇ ਸੀ ਜਦੋਂ ਰਿਸ਼ੀ ਕਪੂਰ ਜੀ ਦੀ ਡੈਥ ਹੋਈ ਹੈ, ਸੋ ਰਿਸ਼ੀ ਜੀ ਦੇ ਨਾਲ ਮੇਰਾ ਇੱਕ ਡਾਇਲੌਗ ਸੀ ਉਸ ਫਿਲਮ ਇਨ ਦਿਸ ਫਿਲਮ। ਹਾਂਜੀ ਉਹ ਰੌਫ ਲਾਲਾ ਦਾ ਕੈਰੈਕਟਰ ਕਰ ਰਹੇ ਸੀ, ਤੇ ਮੇਰਾ ਹਾਰਡਲੀ 1 ਲਾਈਨ ਆਈ ਹੈਡ ਵਿਦ ਹਿਮ, ਬਟ ਜਿੱਦਾਂ ਦੀ એનર્ਜੀ ਔਰ ਜਿੱਦਾਂ ਦੇ ਪੈਸ਼ਨ ਨਾਲ ਉਹ ਇਸ ਉਮਰ ਚ ਕੰਮ ਕਰ ਰਹੇ ਸੀ ਨਾ, ਮਤਲਬ ਉਹ ਇੰਨੀ ਕੁ, ਔਰ ਇੱਕ ਫਰੇਮ ਦੇ ਵਿੱਚ ਮੈਂ ਓਮਪੁਰੀ ਜੀ ਦੇ ਨਾਲ ਸੀਗੀ, ਮਤਲਬ ਮੈਂ ਪਿੱਛੇ ਖੜੀ ਹਾਂ ਤੇ ਉਹਨਾਂ ਦਾ ਡਾਇਲੌਗ ਚੱਲ ਰਿਹਾ ਸੀਗਾ। ਸੋ ਇਹ ਨਾ ਲੋਕਾਂ ਨੂੰ ਕੰਮ ਕਰਦਾ ਦੇਖ ਕੇ ਅਸੀਂ ਵੱਡੇ ਹੋਏ ਆ, ਉਹ ਬਹੁਤ ਐਨਰਿਚਿੰਗ ਐਕਸਪੀਰੀਅੰਸ ਸੀਗਾ। ਬਟ ਜੇ ਮੈਂ ਸ਼ੂਟਿੰਗ ਤੋਂ ਪਹਿਲਾਂ ਨਾ, ਜਿੱਦਾਂ ਮੇਰੀ ਦੋਸਤ ਹੈ ਮੇਘਨਾ, ਜਿਹੜੀ ਮੇਰੇ ਨਾਲ ਲਾਡੋ ਚ ਸੀ, ਅੰਮਾ ਜੀ ਦਾ ਰੋਲ ਕਰਦੀ ਸੀ, ਉਹ ਮੇਰੀ ਬਹੁਤ ਅੱਛੀ ਦੋਸਤ ਹੈ ਮੇਰੀ। ਮੇਨ ਕੈਰੈਕਟਰ ਉਹਨਾਂ ਦਾ ਸੀ, ਮੇਨ ਕੈਰੈਕਟਰ। ਹਾਂਜੀ ਉਹ ਸ਼ੀ ਇਜ਼ ਅ ਵੈਰੀ ਗੁੱਡ ਫਰੈਂਡ ਆਫ ਮਾਈਨ, ਮੇਘਨਾ ਮਲਿਕ। ਸੋ ਉਹ ਤੇ ਮੈਂ ਅਸੀਂ ਇੱਕ ਦਿਨ ਬੈਠੇ ਹੋਏ ਸੀ, ਤੇ ਮੈਂ ਸਾਡੀ ਏਦਾਂ ਹੀ ਗੱਲ ਹੋ ਰਹੀ ਸੀ, ਐਕਟਿੰਗ ਨੂੰ ਲੈ ਕੇ ਕਾਫੀ ਗੱਲਾਂ ਹੁੰਦੀਆਂ ਸੀਗੀਆਂ, ਤੇ ਮੈਨੂੰ ਕਿਹਾ ਕਿ ਡਰ ਨਹੀਂ ਲੱਗਦਾ ਜਦੋਂ ਕਿਸੇ ਵੱਡੇ ਐਕਟਰ ਦੇ ਨਾਲ ਬੰਦਾ ਕੰਮ ਕਰੇ?
ਤੇ ਉਹਨੇ ਮੈਨੂੰ ਇੱਕ ਗੱਲ ਕਹੀ ਜਿਹੜੀ ਮੈਨੂੰ ਅੱਜ ਤੱਕ ਮੇਰੇ ਨਾਲ ਹੈ, ਐਂਡ ਉਹ ਇੰਨੀ ਕੁ ਹੈਲਪਫੁਲ ਰਹੀ ਨਾ। ਉਹਨੇ ਮੈਨੂੰ ਕਿਹਾ, ਕਹਿੰਦੀ ਕਿ ਜੇ ਤੁਹਾਨੂੰ ਕਿਸੇ ਵੱਡੇ ਆਰਟਿਸਟ ਦੇ ਨਾਲ ਕੰਮ ਕਰਦੇ ਹੋਇਆ ਡਰ ਲੱਗ ਰਿਹਾ ਰੋਲ ਕਰਦਿਆਂ ਹੋਇਆ, ਇਹਦਾ ਮਤਲਬ ਤੁਸੀਂ ਆਪਣੇ ਰੋਲ 'ਚ ਨਹੀਂ ਹੋ, ਇਹਦਾ ਮਤਲਬ ਯੂ ਆਰ ਸਰਗੀ, you are You not are playing still Lachi taking them in the as Ritik and as Priyanka, yeah not as the character. yes ਤੇ ਕਹਿੰਦੀ ਫਿਰ ਇਹਦਾ ਮਤਲਬ ਤੁਸੀਂ ਆਪਣੇ ਕਰਾਫਟ ਨਾਲ ਟਰੂ ਨਹੀਂ ਹੋ। ਕਹਿੰਦੀ ਮੈਨੂੰ ਕਦੇ ਨਹੀਂ ਡਰ ਲੱਗਾ। ਉਹ ਕਹਿੰਦੀ ਮੈਂ ਅਮਿਤ ਜੀ ਦੇ ਨਾਲ ਕੰਮ ਕੀਤਾ, ਅਮਿਤਾਭ ਬੱਚਨ ਜੀ ਦੇ ਨਾਲ, ਉਹਨਾਂ ਨਾਲ, ਮਤਲਬ ਕਹਿੰਦੀ ਮੈਨੂੰ ਕਦੇ ਨਹੀਂ ਲੱਗਾ ਡਰ, ਕਿਉਂਕਿ ਜਦੋਂ ਮੈਂ ਜੋ ਕਰ ਰਹੀ ਹੁੰਦੀ ਹਾਂ ਤਾਂ ਮੈਂ ਉਹੀ ਹੁੰਦੀ। ਸੋ ਮੈਨੂੰ ਇਹ ਲੱਗਾ ਕਿ ਹਾਂ, ਮਤਲਬ ਇਹ ਤਾਂ ਤੁਸੀਂ ਆਪਣੇ ਕਰਾਫਟ ਨਾਲ ਉੱਥੇ ਹੀ ਡਿਸਓਨੈਸਟ ਹੋ ਗਏ ਜਿੱਥੇ ਤੁਸੀਂ ਉਹਨਾਂ ਦੇ ਔਚ ਆ ਗਏ। ਸੋ ਪ੍ਰਿਯੰਕਾ ਵਾਸ ਪਲੇਇੰਗ ਮਾਈ ਡਾਟਰ ਇਨ ਦੈਟ ਫਿਲਮ। ਓਕੇ, ਮੇਰੀ ਬੇਟੀ ਸੀ ਉਹ। ਤੇ ਉਹ ਫਿਰ ਉਹ ਤੋਂ ਬਾਅਦ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ। ਜਿੱਦਾਂ ਹੁਣ ਮੈਂ ਛਪਾਕ ਵੀ ਕੀਤੀ ਹੈ। ਇਹ ਜ਼ਰੂਰ ਹੁੰਦਾ ਕਿ ਕਈ ਵਾਰੀ ਤੁਸੀਂ ਏਦਾਂ ਦੇ ਲੋਕਾਂ ਨਾਲ ਕੰਮ ਕਰਦੇ ਹੋ ਜਿਹੜੇ ਥੋੜੇ ਜਿਹੇ ਅਨਕੰਫਰਟੇਬਲ ਕਰ ਦਿੰਦੇ ਆ ਤੁਹਾਨੂੰ, ਬਟ ਲੱਕੀਲੀ ਮੇਰੇ ਨਾਲ ਏਦਾਂ ਨਹੀਂ ਹੋਇਆ। ਜਿੱਦਾਂ ਦੀਪਿਕਾ ਨਾਲ ਕੰਮ ਕਰਨਾ ਮਤਲਬ ਪਿਓਰ ਬਲਿਸ। ਨੰਦਿਤਾ ਜੀ ਦੇ ਨਾਲ ਮੈਂ ਮੰਟੋ ਕੀਤੀ ਆ, ਨਵਾਜ਼ ਨਾਲ ਮੇਰੇ ਸੀਨ ਸੀ, ਉਹਨਾਂ ਨਾਲ ਕੰਮ ਕਰਨਾ ਮਤਲਬ ਉਹ ਤੁਹਾਨੂੰ ਉਹ ਸਾਰੇ ਉਹ ਲੋਕ ਨੇ ਜਿਨ੍ਹਾਂ ਦਾ ਪੂਰਾ ਧਿਆਨ ਆਪਣੇ ਕਰਾਫਟ ਵੱਲ ਹੈ। ਉਹਨਾਂ ਦਾ ਇਸ ਗੱਲ ਵੱਲ ਧਿਆਨ ਨਹੀਂ ਹੈ ਕਿ ਮੈਂ ਆਫ ਸਕਰੀਨ ਐਕਟਰ ਕਿੱਦਾਂ ਬਣਾ, ਉਹ ਸਕਰੀਨ ਤੇ ਜਗ੍ਹਾ ਉਹੀ ਕਰ ਰਹੇ। ਜਿੱਦਾਂ ਮੈਨੂੰ ਛੋਟਾ ਜਿਹਾ ਇੱਕ ਇਨਸੀਡੈਂਟ ਹੈ, ਮੈਂ ਤੇ ਦੀਪਿਕਾ ਦੇ ਅਸੀਂ ਲਾਸਟ ਸੀਨ ਲਈ ਇੱਕ ਵਾਕ ਲੈ ਕੇ ਆਣੀ ਸੀ ਬਸ। ਸੋ ਕੇਸ ਜਿੱਤ ਲਿਆ, ਸਾਰਾ ਕੁਝ ਹੋ ਗਿਆ। ਇਹ ਤੋਂ ਪਹਿਲਾਂ ਜਿੰਨੇ ਵੀ ਸੀਨ ਸੀਗੇ ਨਾ, ਮਤਲਬ ਮੈਂ ਉਹਨੂੰ ਕਰਦੀ ਸੀ, ਪੁਸ਼ ਕਰਦੀ ਸੀ, ਕਮਨ ਮਾਲਤੀ ਲੈਟਸ ਗੋ ਏਦਾਂ। ਤੇ ਇੱਥੇ ਵੀ ਮੈਨੂੰ ਉਹਨੇ ਕਿਹਾ ਕਿ ਕਹਿੰਦੀ ਦੀਪਿਕਾ ਨੇ ਮੈਨੂੰ ਕਿਹਾ ਕਿ ਯੂ ਲੀਡ, ਆਈ ਵਿਲ ਫੋਲੋ ਯੂ। ਤੇ ਮੈਂ ਉਹਨੂੰ ਕਿਹਾ ਕਿ ਪਰਸਨਲੀ ਮੈਨੂੰ ਏਦਾਂ ਲੱਗਦਾ ਕਿ ਨਾਓ ਵੀ ਹੈਵ ਵਨ ਦ ਕੇਸ ਐਂਡ ਇਹ ਫਿਲਮ ਦਾ ਲਾਸਟ ਸ਼ਾਟ ਹੈ, ਤੇ ਆਈ ਥਿੰਕ ਤੂੰ ਹੁਣ ਕੌਨਫੀਡੈਂਟ ਇਨਫ ਹੈ ਤੇ ਯੂ ਸ਼ੁਡ ਲੀਡ। ਹਾਂ, ਤੇ ਉਹਦਾ ਇੰਨਾ ਕਹਿਣਾ ਤੇ ਮੇਰਾ ਉਸ ਗੱਲ ਨੂੰ ਸੋਚ ਕੇ ਮੇਰਾ ਆਪਣਾ ਰਿਐਕਸ਼ਨ ਦੇਣਾ, ਮੈਨੂੰ ਲੱਗਾ ਕਿ ਕਿਸੇ ਵੀ ਵਰਕ ਐਨਵਾਇਰਨਮੈਂਟ ਵਿੱਚ ਦੋ ਐਕਟਰਸ ਏਦਾਂ ਦਾ ਰਿਲੇਸ਼ਨਸ਼ਿਪ ਹੀ ਹੋਣਾ ਚਾਹੀਦਾ ਕਿ both of us were thinking about the same and the roles. What is the better version? ਕਿਸੇ ਦੀ ਸਕਰੀਨ ਸਪੇਸ ਤੁਸੀਂ ਕਿਸੇ ਦੀ ਚੁਰਾਉਣੀ ਹੈ ਜਾਂ ਤੁਸੀਂ ਕਿਸੇ ਦਾ, ਉਹ ਨਹੀਂ। ਦੋਨੋਂ ਅਸੀਂ ਇੱਕ ਸਾਡਾ ਦੋਨਾਂ ਦਾ ਜਿਹੜਾ ਬਰਡਸ ਆਈ ਵਿਊ ਜਿਹਨੂੰ ਕਹਿੰਦੇ ਨਾ, ਉਹ ਸੀਗਾ ਵੀ ਸੀਨ ਕਿੱਦਾਂ ਨਿਕਲ ਕੇ ਆਏ। ਤਾਂ we were true to our characters. So ਉਹ ਮੈਨੂੰ ਲੱਗਾ ਏਦਾਂ ਦਾ। ਔਰ ਮੈਨੂੰ ਜਿੰਨੇ ਵੀ ਸੀਨਸ ਮੈਂ ਦੀਪਿਕਾ ਨਾਲ ਕੀਤੇ, ਇੱਕ ਵੀ ਸੀਨ ਚ ਮਤਲਬ ਮੈਂ ਏਦਾਂ ਨਹੀਂ ਹੋਈ ਕਿ ਹਾਂ। ਜਦੋਂ ਅਸੀਂ ਸਾਡੀ ਰੈਪ ਪਾਰਟੀ ਹੋਈ, ਉੱਥੇ ਮੈਂ ਡਾਂਸ ਕਰ ਰਹੀ ਸੀਗੀ ਤੇ ਦੀਪਿਕਾ ਨੇ ਆ ਕੇ ਮੇਰੇ ਡਾਂਸ ਕਰਨਾ ਸ਼ੁਰੂ ਕੀਤਾ। ਉੱਥੇ ਮੈਨੂੰ ਸਡਨਲੀ ਮੈਂ ਆਮ ਡਾਂਸਿੰਗ ਵਿਦ ਦੀਪਿਕਾ ਪਾਡੂਕੋਨ because then you were Sargi. Maybe. But it's so. But ਹਾਂ, but overall ਜਿੰਨੇ ਵੀ I've been very lucky that way, ਕਿਉਂਕਿ ਮੈਨੂੰ ਕਿਸੇ ਇੱਕ ਵੀ ਐਕਟਰ ਦੇ ਨਾਲ ਕਦੇ ਵੀ ਪ੍ਰੋਬਲਮ ਨਹੀਂ ਹੋਈ, ਕਿੰਨਾ ਵੀ ਉਹਨਾਂ ਦਾ ਬੋਡੀ ਆਫ ਵਰਕ ਵੱਡਾ ਹੋਵੇ। ਕਿਉਂਕਿ ਜਿਨ੍ਹਾਂ ਦਾ ਵੱਡਾ ਹੁੰਦਾ ਨਾ ਐਕਚੁਅਲੀ ਦੀਦੀ ਬੋਡੀ ਆਫ ਵਰਕ, ਉਹ ਕਿਸੇ ਰੀਜ਼ਨ ਕਰਕੇ ਵੱਡਾ ਹੁੰਦਾ, ਔਰ ਉਹਨਾਂ ਦਾ ਕੰਮ ਉਹਨਾਂ ਤੋਂ ਵੱਡਾ ਹੁੰਦਾ, ਇਸੇ ਕਰਕੇ ਤੁਹਾਨੂੰ ਚੰਗਾ ਵੀ ਲੱਗਦਾ। ਐਬਸੋਲੂਟਲੀ ਬਟ ਇਹ ਸਮਝਣ ਨੂੰ ਔਰ ਉਹ ਚੋਂ ਨਿਕਲਣ ਲਈ ਥੋੜਾ ਟਾਈਮ। ਬਟ ਸਰ ਕੀ ਵੈਸੇ ਜਿਹੜਾ ਛਪਾਕ ਦੀ ਜੇ ਗੱਲ ਕਰਦੇ ਆ, ਮੇਘਨਾ ਗੁਲਜ਼ਾਰ ਨੇ ਇੰਨਾ ਸੈਂਸਿਟਿਵ, ਜਿੱਦਾਂ I think all her topics, all her subjects have been very very sensitively and very delicately and very finely handled. ਛਪਾਕ ਤੋਂ ਸਰਗੀ ਐਜ਼ ਐਨ ਆਰਟਿਸਟ ਕੀ ਲੈ ਕੇ ਬਾਹਰ ਨਿਕਲੀ ਹੈ, ਤੇ ਸਰਗੀ ਐਜ਼ ਅ ਹਿਊਮਨ ਬੀਇੰਗ ਕੀ ਲੈ ਕੇ ਨਿਕਲੀ ਹੈ ਬਾਹਰ ਇਸ ਫਿਲਮ ਤੋਂ? ਦੇਖੋ, ਐਜ਼ ਹਿਊਮਨ ਬੀਇੰਗ ਤੇ ਦੀਦੀ ਇਹ ਫਿਲਮ ਏਦਾਂ ਦੀ ਹੈ ਕਿ ਹਰ ਇੱਕ ਤੇ ਅਸਰ ਕਰੇਗੀ। ਐਗਜ਼ੈਕਟਲੀ। ਜਦੋਂ ਵੀ ਕੋਈ ਦੀ ਐਂਡ ਹੁੰਦਾ ਥੀਏਟਰ ਤੇ, ਉਸ ਤੋਂ ਬਾਅਦ ਖਾਲੀ ਨਹੀਂ ਆਉਂਦਾ, ਬਹੁਤ ਚੀਜ਼ਾਂ ਨਾਲ ਲੈ ਕੇ ਬੰਦਾ theater ਤੋਂ ਵੀ ਬਾਹਰ ਨਿਕਲਦਾ ਹੈ। But because you were involved in it in an other way, we were the spectators, so it was thought provoking and it was like mind boggling ਕਿ ਇਹਨੂੰ ਇਹ ਕਰਨਾ ਹੈ। But ਸਰਗੀ ਤੇ ਉਹਦਾ ਹਿੱਸਾ ਸੀ ਨਾ ਉਹ ਸਾਰੀ ਚੀਜ਼ ਦਾ, ਔਰ ਉਹਨਾਂ ਚੀਜ਼ਾਂ ਨੂੰ ਐਕਸਪੀਰੀਅੰਸ ਹੋਰ ਤਰ੍ਹਾਂ ਨਾਲ ਕੀਤਾ। So as a human being, ਮੈਨੂੰ as human being I think as human being ਮੇਰੇ ਤੇ ਉਹੀ ਅਸਰ ਹੋਇਆ ਜਿਹੜਾ ਬਾਕੀ ਸਾਰਿਆਂ ਤੇ ਉਹੀ ਹੋਇਆ, ਬਿਲਕੁਲ। ਤੇ ਜੇ ਐਜ਼ ਐਨ ਆਰਟਿਸਟ ਮੈਂ ਕਵਾਂ ਤੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਸਮਝ ਆਈ ਹੈ। ਮੈਂ ਜਿੱਦਾਂ ਹੁਣ ਉਹਦੀ ਸਕ੍ਰਿਪਟ ਨੂੰ ਮੈਂ ਹੁਣ ਵੀ ਕਿਸੇ ਵੇਲੇ ਮੈਂ ਨੋਟਸ ਬਣਾਏ ਹੋਏ ਜਿਹੜੇ ਮੈਂ ਉਹਨਾਂ ਨੂੰ ਹੁਣ ਵੀ ਕਦੇ ਦੁਬਾਰਾ ਦੇਖਦੀ ਹਾਂ। ਮੈਂ ਇੱਕ ਕੈਰੈਕਟਰ ਨੂੰ ਕਿੱਦਾਂ ਅਪਰੋਚ ਕਰਨਾ, ਉਹ ਮੈਨੂੰ ਸਮਝ ਆਇਆ। ਔਰ ਉਹ ਨਾ ਸਕ੍ਰਿਪਟ ਇਟ ਵਾਸ ਮੈਟੀਕੂਲਸਲੀ ਕ੍ਰਾਫਟਡ, ਮਤਲਬ ਉਹਦੇ ਚ ਕੋਈ ਇੱਕ ਵਰਡ ਵੀ ਫालतू ਨਹੀਂ ਸੀ ਦੀਦੀ। ਮਤਲਬ ਮੈਂ ਬਹੁਤ ਕਮ
ਬਹੁਤ ਜ਼ਿਆਦਾ ਤਾਂ ਨਹੀਂ, ਪਰ ਜਿੰਨਾ ਮੈਂ ਕੰਮ ਕੀਤਾ ਹਾਂ ਕਦੇ ਏਦਾਂ ਨਹੀਂ ਹੋਇਆ ਕਿ ਮੈਂ ਸੈੱਟ ਤੇ ਜੋ ਮੈਨੂੰ ਸਕ੍ਰਿਪਟ ਮਿਲੀ 2 ਮਹੀਨੇ ਪਹਿਲਾਂ ਉਹ ਐਜ਼ ਇਟ ਇਜ਼ ਉਦਾਂ ਹੀ ਅਸੀਂ ਕੀਤੀ। ਔਰ ਮੇਘਨਾ ਜੀ ਕਿਉਂਕਿ ਉਹਨਾਂ ਨੇ ਲਿਖੀ ਆਪ, ਉਹਨਾਂ ਨੇ ਤੇ ਆਤਿਕਾ ਚੌਹਾਨ, both of them are brilliant writers। ਔਰ ਜਿਹੜਾ ਰਾਈਟਰ ਹੁੰਦਾ ਨਾ, ਤੁਹਾਨੂੰ ਪਤਾ ਕਿ ਉਹਨੇ ਜੇ ਕੁਝ ਵਰਡ ਲਿਖਿਆ ਨਾ ਤੇ ਉਹ ਕੋਈ ਸੋਚ ਸਮਝ ਕੇ ਲਿਖਿਆ। ਜਿੱਦਾਂ ਮੈਂ ਹੁਣ ਸਟੋਰੀਜ਼ ਦਾ ਅਸੀਂ ਮੰਚਨ ਕਰਦੇ ਆ, ਕਹਾਣੀਆਂ ਪੂਰੀਆਂ ਕਹਾਣੀਆਂ ਜੇ ਯਾਦ ਕਰਦੇ ਆ ਐਜ਼ ਇਟ ਇਜ਼, ਉਹਨਾਂ ਦੇ ਵਿੱਚ ਜੇ ਕੀ ਜਾਂ ਯਹੀ ਜਾਂ ਉਹ ਇਹ ਵਰਡ ਯੂਜ਼ ਕੀਤੇ ਗਏ ਨਾ ਤੇ ਵੀ ਸਟਿਕ ਟੂ ਦੈਟ। ਏਦਾਂ ਨਹੀਂ ਕਿ ਅਸੀਂ ਇੱਕ ਵਰਡ ਵੀ ਇੱਧਰ ਉੱਧਰੋਂ ਹਿਲਾ ਦਈਏ, ਕਿਉਂਕਿ ਉਹ ਪੂਰੀ ਉਹਦੀ ਕੰਸਟਰਕਸ਼ਨ ਸੈਂਟੈਂਸ ਦੀ ਜਿਹੜੀ ਹੈ ਨਾ ਉਹ ਖਰਾਬ ਹੋ ਜਾਂਦੀ ਹੈ। so true। ਐਂਡ ਮੇਘਨਾ ਜੀ ਵਾਸ ਵੈਰੀ ਪਾਰਟਿਕੂਲਰ ਕਿ ਮੈਂ ਜਿਹੜਾ ਵਰਡ ਲਿਖਿਆ ਉਹ ਐਜ਼ ਇਟ ਇਜ਼ ਉਦਾਂ ਹੀ ਬੋਲਣਾ ਚਾਹੀਦਾ। ਜੇ ਮੈਂ ਛੋਟਾ ਬੜਾ ਲਿਖਿਆ ਤਾਂ ਛੋਟਾ ਬੜਾ ਬੋਲਣਾ, ਬੜਾ ਛੋਟਾ ਨਹੀਂ ਬੋਲਣਾ ਤੁਸੀਂ। ਮਤਲਬ ਸ਼ੀ ਇਜ਼ ਵੈਰੀ ਪਾਰਟਿਕੂਲਰ ਅਬਾਊਟ ਦੈਟ। ਤੇ ਇਦਾਂ ਦੇ এনवायरमेंट ਦੇ ਵਿੱਚ ਮੈਂ ਕੰਮ ਪਹਿਲਾਂ ਨਹੀਂ ਸੀ ਕੀਤਾ, ਕਿਉਂਕਿ ਪਹਿਲਾਂ ਬਹੁਤ ਥਾਵਾਂ ਤੇ ਇਦਾਂ ਕੰਮ ਕੀਤਾ ਕਿ ਉਹਨਾਂ ਨੇ ਕਿਹਾ ਕਿ ਚਲੋ ਇੰਪਰੋਵਾਈਜ਼ ਕਰ ਲਓ, ਚਲੋ ਕੁਛ ਨਹੀਂ ਹੋਊਗਾ। ਔਰ ਮੇਰਾ ਸਭ ਤੋਂ ਜ਼ਿਆਦਾ ਟਾਕੀ ਪੋਰਸ਼ਨ ਸੀ, ਸਭ ਤੋਂ ਜ਼ਿਆਦਾ ਫਿਲਮ 'ਚ ਮੈਂ ਬੋਲਦੀ ਹਾਂ, ਤਾਂ ਮੈਨੂੰ ਵਰਡ ਬਾਏ ਵਰਡ ਪੂਰੀ ਸਕ੍ਰਿਪਟ ਮੈਨੂੰ ਸੀਗੀ। ਔਰ ਮੈਨੂੰ ਕਿਉਂਕਿ ਉਹਨਾਂ ਨੇ ਮੈਨੂੰ ਟਾਈਮ ਸਿਰ ਦੇ ਦਿੱਤੀ ਸੀਗੀ ਤੇ ਮੇਰੇ ਕੋਲ ਰਿਸਰਚ ਦਾ ਬਹੁਤ ਟਾਈਮ ਸੀਗਾ। ਇੱਕ ਰਿਸਰਚ ਏਦਾਂ ਦੀ ਚੀਜ਼ ਹੈ ਕਿ ਜਿਹੜੀ ਤੁਹਾਨੂੰ ਐਕਟਰਸ ਨੂੰ ਜਿਹੜੀ ਹੈ ਨਾ ਉਹਨੂੰ ਤੁਸੀਂ ਕਹੋ ਕਿ ਕੀ ਕਹਿੰਦੇ ਉਹਨੂੰ ਲਗਜ਼ਰੀ ਆ ਜਿਹੜੀ ਨਹੀਂ ਮਿਲਦੀ। Kyunki because otherwise I remember you wrote on Facebook also for one of your cousins who's an advocate या कुछ ਹਾਂਜੀ that you were learning from हाँ कुछ law associated। ਸੋ ਉਹ ਜੱਜ ਹੈ ਤੇ ਉਹਨੇ ਮੈਨੂੰ ਬਹੁਤ ਹੈਲਪ ਕੀਤਾ, ਛੋਟੀਆਂ ਚੀਜ਼ਾਂ ਜਿਹੜੀਆਂ ਕਿੱਦਾਂ ਉਹ ਕੋਰਟ 'ਚ ਕਿੱਦਾਂ ਹੁੰਦੀ ਹੈ। ਸੋ ਉਹਦੀ ਵੈਲੀਡੇਸ਼ਨ ਮੇਰੇ ਲਈ ਬਹੁਤ ਇੰਪੋਰਟੈਂਟ ਸੀ, ਕਿਉਂਕਿ ਉਹਨੇ ਮੇਰੀ ਕਜ਼ਨ ਦਾ ਨਾਮ ਹਰਪ੍ਰੀਤ ਹੈ। ਹਰਪ੍ਰੀਤ ਨੇ ਮੈਨੂੰ ਇੰਨਾ ਜ਼ਿਆਦਾ ਹੈਲਪ ਕੀਤਾ ਕਿ ਮੈਂ ਮਤਲਬ ਉਹਨੂੰ ਮੈਂ ਕਿਸੇ ਵੀ ਟਾਈਮ, ਔਰ ਮੇਰਾ ਏਦਾਂ ਹੁੰਦਾ ਸੀਗਾ ਮੈਂ ਤੈਨੂੰ ਰਿੰਪੀ ਕਹਿੰਦੇ ਸੀ ਪਿਆਰ ਨਾਲ, ਮੈਨੂੰ ਰਿੰਪੀ ਨੂੰ ਕਹਿੰਦੀ ਰਿੰਪੀ ਮੈਂ ਤੈਨੂੰ ਨਾ ਆਪਣੇ ਕੁਐਸਚਨ ਮੈਂ ਆਪਣਾ ਤੈਨੂੰ ਲਿਖ ਕੇ ਭੇਜ ਦੂੰਗੀ, ਤੂੰ ਮੈਨੂੰ ਨਾ ਜਦੋਂ ਵੀ ਤੇਰੇ ਕੋਲ ਟਾਈਮ ਹੋਵੇ ਤੂੰ ਮੈਨੂੰ ਵੌਇਸ ਨੋਟ ਭੇਜ ਦੀ। ਔਰ ਉਹਦੇ ਵੌਇਸ ਨੋਟ ਹਜੇ ਵੀ ਮੇਰੇ ਕੋਲ ਪਏ ਆ, ਔਰ ਉਹਦੇ 'ਚ ਮੈਂ ਕੀ ਗੱਲਾਂ ਨਹੀਂ ਪੁੱਛਿਆ, ਤੂੰ ਕਿਉਂ ਲਾਇਰ ਬਣੀ, ਤੇਰਾ ਕਿਉਂ ਏਦਾਂ ਹੋਇਆ, ਤੂੰ ਇਸ ਫੀਲਡ 'ਚ ਕਿੱਦਾਂ ਆਈ। ਉਹਨੇ ਬੋਟਨੀ 'ਚ MSc ਕੀਤੀ ਸੀਗੀ, ਤੋਂ ਰੈਂਡੈਕਸੀ 'ਚ ਕੰਮ ਕਰਦੀ ਸੀ। ਉਸ ਤੋਂ ਬਾਅਦ ਸਡਨਲੀ ਉਹਨੇ ਕਰੀਅਰ ਸਵਿਚ ਕੀਤਾ, ਨਾਓ ਸ਼ੀ ਇਜ਼ ਅ ਜੱਜ। ਸੋ ਮੈਂ ਆਪਣੇ ਕੈਰੈਕਟਰ ਨੂੰ ਤਿਆਰ ਕਰਨ ਵਾਸਤੇ ਮੈਂ ਉਹਦੀ ਬੈਕਗ੍ਰਾਉਂਡ 'ਚ ਬਹੁਤ ਚੀਜ਼ਾਂ ਬਟ ਉਹੀ ਮੈਂ ਕਹਿ ਰਹੀ ਨਾ ਕਿ ਜਿੱਦਾਂ ਐਕਟਿੰਗ ਇੱਕ ਏਦਾਂ ਦੀ ਫੀਲਡ ਹੈ ਕਿ ਜਿੱਦਾਂ ਹੁਣ ਅਸੀਂ ਗਏ 3 ਘੰਟੇ ਦੇਖੀ ਔਰ ਉਹਨੂੰ ਚਲੋ ਸਟੋਰੀ ਲਾਈਨ ਨੂੰ ਔਰ ਉਹ ਅੰਦਰ ਤੱਕ ਜਾਂਦੀ ਹੈ, PS ਕਰਦੀ ਅਸੀਂ ਲੈ, ਬਟ ਉਹਦੇ ਪਿੱਛੇ ਕਿੰਨੀ ਸਾਰੀ ਪ੍ਰੈਪਰੇਸ਼ਨ ਜਾਂਦੀ ਇੱਕ ਸੈਂਟੈਂਸ ਦੇ ਪਿੱਛੇ। ਲਾਈਕ ਇਟਸ ਲਾਈਕ ਨਹੀਂ ਤੁਸੀਂ ਯੂ ਬੀਇੰਗ ਅ ਰਾਈਟਰ ਯੂ ਨੋ ਦੈਟ। ਮੈਂ ਉਹੀ ਕਹਿੰਦੀ ਹਾਂ ਨਾ ਤੁਸੀਂ ਕੋਈ ਕਹਾਣੀ ਲਿਖੋ ਤੇ ਮੈਂ ਉਹਨੂੰ ਕਰਦਿਆਂ ਹੋਇਆ ਮੈਂ ਵਿੱਚ ਆਪਣੀਆਂ ਕੁਝ ਕਰਦਾ ਕਿ ਤੁਹਾਨੂੰ ਕਿੰਨਾ ਤਕਲੀਫ ਹੋਏਗੀ। ਤੇ ਮੈਂ ਜਦੋਂ ਕਰਦੀ ਆ ਬੇਦੀ ਸਾਹਿਬ ਦੀਆਂ ਕਹਾਣੀਆਂ ਜਾਂ ਅਸੀਂ ਮੰਟੋ ਦੀਆਂ ਕਹਾਣੀਆਂ ਜਾਂ ਕਿਸੇ ਵੀ, ਸਾਨੂੰ ਐ ਹੁੰਦਾ ਵੀ ਕੁਛ ਨਾ ਚੇਂਜ ਕਰੀਏ। ਉਹ ਭਾਵੇਂ ਇੱਥੇ ਹੈ ਨਹੀਂ ਪਰ ਉਹ ਬਹੁਤ ਤੜਫਣਗੇ ਜੇ ਉਹਨਾਂ ਨੂੰ ਲੱਗਿਆ ਕਿ ਆ ਕਿੱਦਾਂ ਚੇਂਜ ਕਰਨਾ। ਕਿੰਨਾ ਯੂ ਹੈਵ ਇਵੋਲਵਡ ਓਵਰ ਦ ਇਅਰਸ। ਨਾਓ ਲੁੱਕ, ਇੱਕ ਸਰਗੀ ਸੀ ਜਿਹਨੇ HMV ਦੇ ਉਹ ਪਲੇ ਦੇ ਲਈ ਕਰਕੇ, ਅੱਜ ਸਰਗੀ ਛਪਾਕ ਚ ਦੀਪਿਕਾ ਪਾਦੂਕੋਣ ਦੇ ਨਾਲ ਸਾਰੀ ਸਕਰੀਨ ਸ਼ੇਅਰ ਕਰ ਰਹੀ ਹੈ। ਮੋਰਓਵਰ ਮੈਨੂੰ ਉਦਾਂ ਵੀ ਲੱਗਦਾ ਹੈ ਕਿ ਚਲੋ ਇਹ ਤਾਂ ਰੋਲ ਆ ਗਿਆ ਜਾਂ ਅੱਗੇ ਵੀ ਆਉਂਦੇ ਰਹਿਣਗੇ ਅਗਲੀ ਚੀਜ਼। ਐਜ਼ ਅ ਹਿਊਮਨ ਬੀਇੰਗ ਆਈ ਸਟਿਲ ਰਿਮੈਂਬਰ ਵੈਨ ਯੂ ਸੈਡ ਕਿ ਮੈਂ ਪਿਛਲੇ ਇੰਨੇ ਸਾਲਾਂ ਤੋਂ ਇੱਕ ਆਪਣੀ ਜਿਹੜੀ ਬਣਾਈ ਹੋਈ ਹੈ ਰੂਟੀਨ ਪੜ੍ਹਨ ਦੀ ਔਰ ਹਨਾ ਆਹ ਚੀਜ਼ਾਂ ਨੂੰ, ਉਹ ਇਹ ਚੀਜ਼ਾਂ ਬਹੁਤ ਇੰਸਪਾਇਰਿੰਗ ਹੈ। ਮੈਨੂੰ ਲੱਗਦਾ ਇਹ ਤੇਰੀ ਗਰੋਥ ਦੀ ਜਿੱਦਾਂ ਕਹਿ ਲਓ ਕਿ one of the ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਬਿਕੋਜ਼ ਕਿੱਥੇ ਤੁਸੀਂ ਸਟੈਗਨੈਂਟ ਹੋ ਗਏ ਹੋ ਔਰ ਕਿੱਥੇ ਤੁਸੀਂ ਫਿਰ ਪੜ ਰਹੇ ਹੋ। ਔਰ ਆਈ ਰਿਮੈਂਬਰ, ਔਰ ਮੈਨੂੰ ਕਦੀ ਇਸ ਗੱਲ ਦੀ ਹੈਜ਼ਿਟੇਸ਼ਨ ਨਹੀਂ ਹੁੰਦੀ ਕਿ ਯੂ ਆਰ ਯੰਗਰ ਟੂ ਮੀ, ਔਰ ਕਿਉਂਕਿ ਮੈਨੂੰ ਪਤਾ ਹੈ ਕਿ ਤੂੰ ਇਸ ਫੀਲਡ ਵਿੱਚ ਯੂ ਆਰ ਵੇ ਮੋਰ ਅਹੈਡ। ਔਰ ਮੈਂ ਰੇਡੀਓ ਦੀ ਆਈ ਸਟਿਲ ਰਿਮੈਂਬਰ ਸੈਂਡਿੰਗ ਯੂ ਦੈਟ ਕਿ ਸਰਗੀ ਚੋਂ ਮੈਨੂੰ ਗਲਤੀਆਂ ਦੱਸ ਦੇਈ ਨਹੀਂ ਸਟੋਰੀ ਨਰੇਸ਼ਨ ਦੀ ਜਾਂ ਕੁਝ ਵੀ ਸੀ। ਬਟ I have been through that phase ਜਿਹੜਾ ਤੁਸੀਂ ਨਰੇਸ਼ਨ ਦੀ ਗੱਲ ਕਰ ਰਹੇ ਹੋ ਨਾ, ਕਿ ਮੈਨੂੰ ਲੱਗਦਾ ਸੀ ਮੈਂ ਹਿੰਦੀ ਕਿੱਦਾਂ ਬੋਲੂੰਗੀ ਸਟੇਜ ਤੇ, ਹਿੰਦੀ ਕਿੱਦਾਂ ਬੋਲੂੰਗੀ ਮੈਂ। ਤੇ ਮੈਨੂੰ ਯਾਦ ਹੈ ਮੈਂ ਆਪਣਾ 3rd ਪਲੇ ਜਿਹੜਾ ਕਾਲਜ ਤੋਂ ਕੀਤਾ ਸੀਗਾ ਨਾ, ਤੇ ਮੈਂ ਥੱਲੇ ਉਤਰ ਕੇ ਆਪਣੀ ਇੱਕ ਫਰੈਂਡ ਨਾਲ ਗੱਲ ਕਰ ਰਹੀ ਸੀ ਪੰਜਾਬੀ 'ਚ, ਤੇ ਆਡੀਅנס 'ਚ ਕੋਈ ਆਇਆ ਉਹਨੇ ਮੈਨੂੰ, ਅਰੇ ਆਪਕੋ ਪੰਜਾਬੀ ਆਤੀ ਹੈ? ਮੇਰੇ ਲਈ ਐਡਾ ਵੱਡਾ ਕੰਪਲੀਮੈਂਟ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਹਿੰਦੀ ਹੈਜ਼ ਨਾਟ ਬੀਨ ਅ ਪ੍ਰੋਬਲਮ, ਮੇਰੇ ਲਈ ਐਕਸਪ੍ਰੈਸ਼ਨ ਹੈਵ ਬੀਨ ਦ ਪ੍ਰੋਬਲਮ।
ਹਾਂ ਯੂ ਬੀਇੰਗ ਅ ਰਾਈਟਰ ਸੋ ਹਾਂ ਬਿਕਾਜ਼ ਨਹੀਂ ਮੈਂ ਇਹ ਨੋਟਿਸ ਕੀਤਾ ਕਿ ਜਿਹੜੇ ਆਪਾਂ ਪੰਜਾਬ ਚ ਆਉਨੇ ਆ ਨਾ ਉਹਨਾਂ ਦੀ ਹਿੰਦੀ ਤੇ ਇੱਥੇ ਜਦੋਂ ਤੁਸੀਂ ਬਿਲਕੁਲ ਹਿੰਦੀ ਸਪੀਕਿੰਗ ਸਟੇਟ ਚ ਤੁਸੀਂ ਹਿੰਦੀ ਬੋਲਦੇ ਹੋ ਨਾ ਪਤਾ ਲੱਗ ਜਾਂਦਾ ਉਹ ਭਾਵੇਂ ਅਸੀਂ ਉਹ ਥੋੜਾ ਜਿਹਾ ਆਉਂਦਾ ਆ ਉਹਦਾ ਫਲੇਵਰ ਬਹੁਤ ਸਾਰੇ ਹੁਣ ਜਿੱਦਾਂ ਮੇਰੇ ਇੱਕ ਕਲੀਗਸ ਹੈਗੇ ਮੇਰੇ ਉਹ ਇੱਕ ਮੇਰਾ ਕਲੀਗ ਹੈਗਾ ਰਾਕੇਸ਼ ਉਹਦੀ ਹਿੰਦੀ ਦਾ ਮਤਲਬ ਉਚਾਰਨ ਉਹਦਾ ਬਹੁਤ ਸਹੀ ਹੈ ਮੈਂ ਉਹਨੂੰ ਪੱਕਾ ਹੀ ਕਿਹਾ ਹੋਇਆ ਕਿ ਮੈਂ ਜਿੱਥੇ ਗੜਬੜ ਕਰੂੰਗੀ ਮੈਂ ਉੱਥੇ ਚੈੱਕ ਕਰ ਤਾਂ ਉਹ ਮੈਨੂੰ ਹੁਣ ਕਹਿੰਦਾ ਹੁੰਦਾ ਕਿ ਹੁਣ ਤੂੰ ਕੰਫਰਟੇਬਲ ਹੋ ਜਾ ਹੁਣ ਤੇਰੀ ਹਿੰਦੀ ਠੀਕ ਹੋ ਗਈ ਹੁਣ ਤੂੰ ਨਾ ਉਹ ਸੋਚਿਆ ਕਰ ਇੰਨਾ ਪਰ ਮੈਨੂੰ ਪਤਾ ਹੈ ਕਿ ਹਜੇ ਉਹ ਗਰੋਥ ਤਾਂ ਕਦੇ ਵੀ ਨਹੀਂ ਰੁਕਦੀ ਨਾ ਬੰਦੇ ਦੀ ਸਰਗੀ ਅਨੁਰਾਗ ਦਾ ਇਕੱਠੇ ਪ੍ਰੋਜੈਕਟ ਜਲਦੀ ਆਏਗਾ ਸਾਡਾ ਪ੍ਰੋਜੈਕਟ ਸ਼ਿਵਾਏ ਸਿੰਘ ਸਰਗੀ ਇੱਕ ਹੋਰ ਮੈਂ ਗੱਲ ਪੁੱਛਣੀ ਸੀ ਬੜੀ ਅੰਦਰ ਦੀ ਗੱਲ ਮੈਨੂੰ ਸ਼ਿਵਾਏ ਸਿੰਘ ਹਾਂਜੀ ਸ਼ਿਵੂ ਤੋਂ ਯਾਦ ਆਇਆ ਕੇਸਰੀ ਐਕਚੁਅਲੀ ਸੱਚ ਦੱਸਣਾ ਅਨੁਰਾਗ ਨੇ ਡਾਇਰੈਕਟ ਕੀਤੀ ਹੈ ਕਿ ਸ਼ਿਵੂ ਨੇ ਕੀਤੀ अनुराग ने अपना नाम क्यों देता when he is ordering everything when he is saying कि cut ਉਹ ਐਕਚੁਅਲੀ ਸ਼ਿਵਾਏ ਨੇ ਨਾ ਕਹਿਤਾ ਸੀ ਉਹਨੂੰ ਕਿ ਪਾਪਾ ਚਲੋ ਤੁਹਾਡੀ ਬੜੀ ਦੇਰ ਤੋਂ ਫਿਲਮ ਨਹੀਂ ਆਈ ਤੁਸੀਂ ਨਾ ਲੈ ਲਓ I saw that video of him where he is instructing everybody sitting next to Anurag ਹਾਂ ਬਹੁਤ ਛੋਟਾ ਸੀ ਉਦੋਂ ਤਾਂ ਮੈਂ ਕਿਹਾ ਅੱਜ ਖੁਲਾਸਾ आज ਅਸੀਂ ਵੀ ਇੱਥੇ ਕਰਾਂਗੇ जो बात किसी को नहीं पता थी हम भी बताएंगे कि केसरी is not directed by अनुराग सिंह नहीं ਉਹ ਤੇ ਹੋ ਗਈ ਗੱਲ ਪਰ ਹੁਣ ਆਪਾਂ ਔਨ ਸਕਰੀਨ ਅਨੁਰਾਗ ਐਂਡ honestly ਦੀਦੀ ਮੈਨੂੰ ਆਲਮੋਸਟ ਸਾਰੀਆਂ ਇੰਟਰਵਿਊਜ਼ ਚ ਆ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ ਪਰ ਦਿਲ ਕਰਦਾ ਨਾ ਸਾਰਿਆਂ ਦਾ ਇਦਾਂ ਦਿਲ ਕਰਦਾ ਕਿ ਸਰਗੀ ਵੀ ਔਨ ਸਟੇਜ ਮੈਂ ਵੀ ਪੁੱਛਦੀ ਆਪਣੇ ਆਪ ਨੂੰ ਪੁੱਛਦੀ ਹੁੰਦੀ ਹਾਂ ਔਰ ਮੇਰੀ ਤਾਂ ਅਨੁਰਾਗ ਦੀ ਨਾ ਅਸੀਂ ਹਾਸਿਆ ਚ ਗੱਲ ਕਈ ਵਾਰੀ ਕੀਤੀ ਪਰ ਏਦਾਂ ਬਿਠਾ ਕੇ ਮੈਨੂੰ ਪੁੱਛੇ ਕਿ ਤੈਨੂੰ ਕੀ ਲੱਗਦਾ ਕਿ ਇਹਦਾ ਕੀ ਜਵਾਬ ਹੋਣਾ ਚਾਹੀਦਾ ਤੇ ਉਹ ਅਸੀਂ ਦੋਵੇਂ ਹੀ ਇਸੇ ਉਹਦੇ ਤੇ ਪਹੁੰਚੇ ਆ ਕਿ ਐਕਚੁਅਲੀ ਕੋਈ ਇਦਾਂ ਦਾ ਪ੍ਰੋਜੈਕਟ ਆਇਆ ਨਹੀਂ ਜਿਹਦੇ ਚ ਮੈਂ ਫਿੱਟ ਬੈਂਦੀ ਹੋਵਾਂ ਤੇ ਉਹ ਸੋ ਆਈ ਥਿੰਕ ਜਦੋਂ ਹੋਏਗਾ ਮੈਂ ਆਫ ਸਕਰੀਨ ਅਸੀਂ ਦੋਵਾਂ ਨੇ ਇਕੱਠੇ ਕੰਮ ਕੀਤਾ ਹੈ ਜਿੱਦਾਂ ਮੈਂ ਬਿਹਾਈਂਡ ਦ ਕੈਮਰਾ ਉਹਦੇ ਨਾਲ ਕੰਮ ਕੀਤਾ ਹੈ ਮੈਂ 84 ਦੀ ਕਾਸਟਿੰਗ ਮੈਂ ਕੀਤੀ ਸੀ ਉਹ ਬਿਹਾਈਂਡ ਦ ਸੀਨ ਅਸੀਂ ਕੰਮ ਕੀਤਾ ਇਕੱਠੇ ਔਰ ਜਦੋਂ ਤੁਸੀਂ ਯੂ ਆਰ ਅ ਟੀਮ ਦੈਟਸ ਵਾਟ ਆਮ ਸੇਇੰਗ ਆਫ ਸਕਰੀਨ ਤੇ ਯੂ ਵਰਕ ਐਜ਼ ਅ ਟੀਮ ਇਨ ਐਵਰੀਥਿੰਗ ਉਹ ਸਾਰੀ ਬਟ ਅਦਰਵਾਈਜ਼ ਉਹ ਦਿੰਦਾ ਆ ਹਾਂਜੀ ਤਾਂ ਉਹ ਪਿੱਛੋਂ ਤਾਂ ਕਰਦੇ ਪਰ ਔਨ ਸਕਰੀਨ ਆਈ ਡੋਨਟ ਨੋ ਜਦੋਂ ਆਈ ਥਿੰਕ ਕੋਈ ਰੋਲ ਆਏਗਾ ਇਦਾਂ ਦਾ ਜਿਹੜਾ ਉਹਨੂੰ ਲੱਗੇਗਾ ਵੀ ਇਹ ਬਿਲਕੁਲ ਫਿੱਟ ਪੈਂਦੀ ਹੈ ਤੇ ਮੈਨੂੰ ਵੀ ਲੱਗੇਗਾ ਕਿ ਮੈਂ ਰੋਲ ਕਰਨਾ ਚਾਹੁੰਦੀ ਹਾਂ ਕਿਉਂਕਿ ਦੋਨੋਂ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੋ ਨਾ ਐਵੇਂ ਉਹ ਨਹੀਂ ਵਿੱਚ ਆਪਣੀ ਬਾਇਸਡ ਚੀਜ਼ ਨਹੀਂ ਕਰਦੇ true to our craft so I think ਉਹ ਜੇ ਮੈਨੂੰ ਨਹੀਂ ਲੈਂਦਾ ਜਾਂ ਮੈਂ ਉਹਨੂੰ ਨਾ there's a reason behind it ਅੱਛਾ ਸਰਗੀ ਨੇ ਜਦੋਂ ਸਾਰਾ ਦਿਨ ਸਾਫ ਸਫਾਈ ਕਰਕੇ ਜਦੋਂ ਇਹਦੇ ਕੋਲ ਥੋੜਾ ਜਿਹਾ ਟਾਈਮ ਬਚਦਾ ਹੈ ਉਹਦੇ ਚ ਸਰਗੀ ਆਪਣੇ ਆਪ ਨੂੰ ਕਿੱਦਾਂ ਰਿਲੈਕਸ ਕਰਦੀ ਹੈ ਪੜ੍ਹ ਕੇ ਰੀਡਿੰਗ ਦੀਦੀ ਮੈਂ ਨਾ ਜਦੋਂ ਸ਼ੁਰੂ ਹੋਇਆ ਸੀਗਾ ਲੋਕਡਾਊਨ ਉਦੋਂ ਯੂ ਨੋ ਮਾਈ ਲਵ ਫॉर ਕੁਕਿੰਗ ਹੈ ਨਾ ਸੋ ਮੈਨੂੰ ਮੈਂ ਹੁਣ ਤੁਹਾਨੂੰ ਆਪਣੇ ਲੋਕਡਾਊਨ ਦਾ ਐਕਸਪੀਰੀਅੰਸ ਦੱਸਦੀ ਹਾਂ ਹਾਊ ਡਿਡ ਯੂ ਨੋ ਦੈਟ ਆਈ ਵਾਸ ਗੋਇੰਗ ਟੂ ਕੁਐਸਚਨ ਦਿਸ ਨਾਓ ਸਫਾਈ ਤੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਨੂੰ ਮੇਰਾ ਮਜ਼ਾਕ ਉਡਾਇਆ ਜਾਂਦਾ ਅਸੀਂ ਕਿਸੇ ਹੋਟਲ 'ਚ ਜਾਈਏ ਨਾ ਛੁੱਟੀਆਂ 'ਚ ਤਾਂ ਮੈਂ ਸਵੇਰੇ ਉੱਠ ਕੇ ਨਾ ਚਾਦਰਾਂ ਤਹਿ ਲਾਉਣ ਲੱਗ ਜਾਂਦੀ ਤੇ ਮੈਨੂੰ ਅਨੁਰਾਗ ਕਹਿੰਦਾ ਹੁੰਦਾ ਪਲੀਜ਼ ਇਹ ਘਰ ਨਹੀਂ ਹੈ ਇੱਥੇ ਉਹ ਹਾਊਸਕੀਪਿੰਗ ਵਾਲੇ ਆਣਗੇ ਉਹ ਕਰ ਦੇਣਗੇ ਰਿਲੈਕਸ ਕਰ ਮਤਲਬ ਸਫਾਈ ਮੇਰੇ ਲਈ ਥੈਰੇਪਿਊਟਿਕ ਆ ਝਾੜੂ ਪੋਚੇ ਸਫਾਈਆਂ ਬਾਥਰੂਮ ਜੋ ਮਰਜ਼ੀ ਮੇਰੇ ਤੋਂ ਕਰਵਾ ਲਓ ਭਾਂਡੇ ਮੰਜਵਾ ਲਓ ਰੋਟੀ ਬਣਾਉਣ ਨੂੰ ਨਾ ਕਹੋ ਮੈਨੂੰ ਮੈਂ ਬਹੁਤ ਪੁੱਛਣ ਹੀ ਲੱਗੀ ਸੀ ਮੇਰੀ ਆਤਮਾ ਸਾੜ ਜਿਹੜਾ ਖੁਲਾਸਾ ਆਈ ਸਟਿਲ ਰਿਮੈਂਬਰ ਜਦੋਂ ਆਪਾਂ ਲੰਚ ਖਾ ਰਹੇ ਸੀ ਤੁਹਾਡੇ ਘਰ ਜਦੋਂ ਆਪਾਂ ਬੈਠੇ ਸੀ ਤੇ ਯੂ ਸੈਡ ਬੜੇ ਆਰਾਮ ਨਾਲ ਪਤਾ ਨਹੀਂ ਕਿੱਥੋਂ ਖਾਂਦੇ ਕਿ ਨਹੀਂ ਯੂ ਸੈਡ ਵੈਸੇ ਉਹ ਕਿੱਦਾਂ ਦੇ ਲੋਕ ਹੈ ਜਿਨ੍ਹਾਂ ਨੂੰ ਕੁਕਿੰਗ ਪਸੰਦ ਹੈ ਮੈਂ ਕੁਕਿੰਗ ਦਾ ਸ਼ੌਕ ਹੈ ਮੇਰਾ ਹਜੇ ਵੀ ਉਹੀ ਹੈ ਹਲੇ ਬਦਲੀ ਦੀ ਸਟੇਟਮੈਂਟ ਲੋਕਡਾਊਨ ਚ ਕਈ ਮੇਰੇ ਫਰੈਂਡਸ ਨੂੰ ਇਦਾਂ ਲੱਗਦਾ ਕਿ ਸ਼ਾਇਦ ਮੈਨੂੰ ਬਣਾਉਣਾ ਨਹੀਂ ਆਉਂਦਾ ਤਾਂ ਕਰਕੇ ਇਦਾਂ ਕਹਿੰਦੀ ਇਦਾਂ ਦੀ ਬਿਲਕੁਲ ਗੱਲ ਨਹੀਂ ਹੈ ਕਿਉਂਕਿ ਮੇਰੇ ਦਿਮਾਗ 'ਚ ਹਮੇਸ਼ਾ ਤੋਂ ਇਹ ਸੀ ਕੱਲ ਨੂੰ ਜੇ ਮੈਨੂੰ ਰੋਲ ਕਰਨਾ ਪੈ ਗਿਆ ਇਦਾਂ ਦਾ I have to know it so I know good cooking
ਮਤਲਬ ਆਮ ਫੇਅਰਲੀ ਗੁੱਡ ਕੁੱਕ, ਮੈਂ ਆਪਣੇ ਮੂੰਹ ਕਹਿੰਦੀ ਹਾਂ। ਪਰ ਮੈਨੂੰ ਕੁਕਿੰਗ ਦਾ ਪੂਰਾ ਪ੍ਰੋਸੈਸ ਜਿਹੜਾ ਹੈ ਨਾ, ਮੈਨੂੰ ਉਹ ਬਹੁਤ ਫਰਸਟ੍ਰੇਟਿੰਗ ਲੱਗਦਾ। ਸੋ ਮੈਂ ਸਫਾਈਆਂ ਵਾਸਤੇ ਮੈਨੂੰ ਕੋਈ ਨਹੀਂ ਸੀ, ਪਰ ਮੈਂ ਕੁੱਕ ਆਪਣੇ 2 ਰੱਖੀਆਂ ਹੋਈਆਂ ਸੀ। ਬ੍ਰੇਕਫਾਸਟ ਮੈਂ ਬਣਾ ਲੈਂਦੀ ਸੀ ਕਿ ਜੇ ਲੰਚ ਵਾਲੀ ਨਹੀਂ ਆਈ ਤੇ ਡਿਨਰ ਵਾਲੀ ਆਏਗੀ ਨਾ, ਉਹਨੂੰ ਕਹੂੰਗੀ ਤੂੰ ਉਹਨੂੰ ਚੀਜ਼ ਕਰ ਲੈ, ਤੂੰ ਬਣਾ ਲੈ। ਹੁਣ ਲਾਕਡਾਊਨ ਨੇ ਸਾਰਾ ਕੁਝ ਹਲਾਤਾ ਐਵਰੀਬਡੀ, ਭਾਵੇਂ ਸਰਗੀ ਉੱਪਰੋਂ ਕੁਝ ਵੀ ਦਿਸੇ, ਭਾਵੇਂ ਚਪਾਤ ਚ ਦਿਖ ਰਹੀ ਹੈ ਤੇ ਸਾਨੂੰ ਨਾ ਦੇ ਇਸ ਦੇ ਸਲਾਡੋ ਚ ਦਿਸ ਰਹੀ ਹੈ, ਪਰ ਜੇ ਕਦੀ ਵੀ ਕਿਸੇ ਨੂੰ ਕੋਈ ਸਫਾਈ ਦੀ ਪ੍ਰੋਬਲਮ ਆਏ, ਵੈਸੇ ਮੈਂ ਕੁਕਿੰਗ ਦੀ ਤੇਰੀ ਸੋਲਵ ਕਰ ਸਕਦੀ ਹਾਂ। ਜੇ ਆਪਾਂ ਨੇੜੇ ਰਹਿੰਦੇ ਹੁੰਦੇ ਨਾ, ਹਾਂ ਲੈ ਕਈ ਵਾਰ ਸੀ ਫਿਰ ਮੈਂ ਤੁਹਾਡੇ ਭਾਂਡੇ ਮਾਂਜ ਦੇਣੇ ਸੀ, ਤੁਸੀਂ ਰੋਟੀਆਂ ਬਣਾ ਦੇਣੀਆਂ। And I really loved it what you wrote this morning. What you wrote this morning also. मैं कितनी देर I was like, this is so honest. This is so typical Sargi thing. When I said कि अच्छा मैं भी काम खत्म कर लूँ, and you said अच्छा मैं भी रोटी टोक कर लूँगा, फिर बनते हैं आज की नानी. So loved it. So loved it. This is it. This is the honesty. This is मतलब ये भी somebody could have said this also कि काम वाली आई है तो मैं करवा कर तो फिर मैं आपके पास no, you will not do. You will be like मैं पिंड ਹੁੰਦੀ, ਮੈਂ ਤੁਹਾਨੂੰ ਇਹ ਵੀ ਕਹਿਣਾ ਮੈਂ ਗੋਹਾ ਕੂੜਾ ਕਰਕੇ ਆਉਣੀ ਹਾਂ, ਫਿਰ ਇੰਟਰਵਿਊ ਕਰਦੇ ਹੋ। We are so proud of you, Sargi, seriously, for who you are. Thank you. Thank you. And ਸਾਰੀ ਜਿਹੜੀ growth ਦੇਖਣੀ ਹੈ, ਔਰ ਇਹ ਸਾਰਾ you truly are the pride of Punjab. Thank you. I honestly mean it, because ਮੈਨੂੰ ਪਤਾ ਹੈ ਕਿ it's like the way you have evolved, and ਕੁਝ ਵੀ ਇਦਾਂ ਨਹੀਂ ਹੈ ਕਿ ਆਰਾਮ ਨਾਲ ਕਿ ਇਹ ਡਾਕਟਰ ਹਰਜੀਤ ਸਿੰਘ ਦੀ ਡਾਟਰ ਹੈ ਤੇ ਇਸ ਕਰਕੇ ਉਹਨੂੰ ਛਪਾਕ ਮਿਲ ਗਈ ਹੈ, ਇਸ ਤਰ੍ਹਾਂ ਕੁਝ ਨਹੀਂ ਦਾਦਾ ਕੁਝ ਵੀ ਨਹੀਂ ਹੈ। ਤੇ ਸਰ ਕੀ ਕਿਸੇ ਮੂਵੀ ਨੇ ਜਾਂ ਕਿਸੇ ਬੁੱਕ ਨੇ ਇਹਨਾਂ ਨੂੰ ਇਨਫਲੂਐਂਸ ਕੀਤਾ ਕਿ ਕੋਈ? ਮੈਂ ਤੁਹਾਡੇ ਉਹੀ ਉਸ ਕੁਐਸਚਨ ਤੇ ਆ ਰਹੀ, ਤੁਸੀਂ ਜਿਹੜਾ ਮੈਨੂੰ ਪੁੱਛਿਆ ਕਿ ਜਦੋਂ ਟਾਈਮ ਮਿਲਦਾ ਤੇ ਕੀ ਕਰਦੀ ਆ, ਤਾਂ ਮੈਂ ਤੁਹਾਨੂੰ ਉਹੀ ਕਹਿ ਰਹੀ ਸੀ ਕਿ ਜਿਹੜੀਆਂ 2 ਕੁੱਕਸ ਸੀਗੀਆਂ ਹੁਣ ਨਹੀਂ ਆਈਆਂ, ਤਾਂ ਹੁਣ ਮੈਂ ਪਹਿਲੇ ਜਿਹੜੇ 10 ਦਿਨ ਸੀਗੇ ਉਹ ਤਾਂ ਮੈਂ ਏਦਾਂ ਕੱਢੇ ਕਿ ਮੈਂ ਗਜ਼ਲਾਂ ਲਾ ਲੀਆਂ, ਮੈਂ ਕਲਾਸੀਕਲ 뮤직 ਲਾ ਲਿਆ ਤੇ ਮੈਂ ਰੋਟੀ ਬਣਾ ਰਹੀ ਹਾਂ। ਇੱਕ ਪੁਆਇੰਟ ਤੋਂ ਬਾਅਦ ਮੈਨੂੰ ਲੱਗਾ ਕਿ ਨਹੀਂ, ਇਹ ਤਾਂ ਮੇਰਾ ਬਣਨਾ ਨਹੀਂ, ਕਿ ਤੇ ਮੇਰਾ ਤਾਂ ਬਾਰ-ਬਾਰ ਧਿਆਨ ਜਾ ਰਿਹਾ, ਮੈਂ ਰਾਜਮਾਲੀ ਮਸਾਲਾ ਬਣਾ ਰਹੀ ਹਾਂ ਤੇ ਉਹ ਤਾਂ ਮੈਨੂੰ ਫਰਸਟ੍ਰੇਸ਼ਨ ਹੋ ਰਹੀ ਹੈ। ਉਸ ਤੋਂ ਬਾਅਦ ਮੈਂ ਕੀ ਕਰਨਾ ਸ਼ੁਰੂ ਕੀਤਾ, ਮੈਂ 1-2 ਬੁੱਕਸ ਡਾਊਨਲੋਡ ਕਰਕੇ ਉਹ ਨਾਲ ਸੁਣਨੀਆਂ ਸ਼ੁਰੂ ਕੀਤੀਆਂ। ਮੈਂ ਇੰਟਰਵਿਊ ਸੁਣਨੇ ਸ਼ੁਰੂ ਕੀਤੇ, ਜਿਹੜੇ ਲੋਕ ਜਿਨ੍ਹਾਂ ਨੂੰ ਮੈਂ ਅਪਰੀਸ਼ੀਏਟ ਕਰਦੀ ਹਾਂ। ਪੋਡਕਾਸਟ ਜਿਹੜਾ ਮੈਂ ਉਹ ਸੁਣਨੇ ਸ਼ੁਰੂ ਕੀਤੇ। ਸੋ ਹੁਣ ਮੈਨੂੰ ਕਿਚਨ 'ਚ ਜਾਣਾ, ਮੈਨੂੰ ਆਈ ਡੋਂਟ ਡ੍ਰੈਡ ਦੈਟ। ਮੇਰਾ ਹੁਣ ਜ਼ਿਆਦਾ ਟਾਈਮ ਜਿਹੜਾ ਲੈਂਦਾ ਉਹ ਸ਼ਿਵਾਏ ਲੈਂਦਾ। ਹੁਣ ਸ਼ਿਵਾਏ ਦਾ ਏਦਾਂ ਕਿ ਉਹਦੀ ਫੋਰਮੇਟਿਵ ਈਅਰਸ ਆ, ਉਹਦੇ ਕੋਲ ਹੁਣ ਉਹਦੀ ਇਟਰਨਲ ਵਾਈ ਹੈ ਨਾ, ਜਿਹੜੀ ਵਾਈ ਮਮਾ, ਉਹ ਏਦਾਂ ਕਿਉਂ ਮਮਾ, ਉਹ ਕਿਉਂ ਮਮਾ, ਔਰ ਉਹ ਆਪ ਉਹਨੂੰ ਕਨਵਿੰਸ ਕਰਨਾ ਇੰਨਾ ਆਸਾਨ ਨਹੀਂ ਹੈ ਵੈਸੇ। ਹਾਂ ਮਤਲਬ ਉਹ ਆਈ ਥਿੰਕ ਉਹ ਸਾਰੀਆਂ ਮੰਮੀਆਂ ਨੂੰ ਲੱਗਦਾ ਹੁੰਦਾ ਵੀ ਮੇਰਾ ਨਿਆਣਾ ਏਦਾਂ, ਪਰ ਉਹਦੀ ਜਿਹੜੀ ਇੱਕ ਐਸ ਟੌਡਲਰਸ ਦੀ ਐਸ ਏਜ ਦੇ ਵਿੱਚ ਜਿਹੜੀ ਕਿਉਰਿਓਸਿਟੀ ਹੁੰਦੀ ਆ, ਜਿਹੜਾ ਇੰਨਾ ਇਨਕੁਇਜ਼ਿਟਿਵ ਹੈ ਕਿ ਔਰ ਆਹੀ ਟਾਈਮ ਹੈ ਕਿ ਮੇਰੇ ਜਿਹੜੇ ਔਰ ਮੇਰੇ ਜਿਹੜੇ ਵੈਲਿਊਜ਼ ਆ ਮੈਂ ਉਹਦੇ ਚ ਪਾਸ ਕਰਨੇ ਆ ਇਸ। ਤੇ ਹੁਣ ਮੈਨੂੰ ਕੱਲ ਮੈਨੂੰ ਕਹਿੰਦਾ ਕਿ ਮੰਮਾ ਤੁਸੀਂ ਰੋਟੀ ਨਾ ਖਾਓ, ਮੇਰੇ ਨਾਲ ਖੇਡੋ। ਮੈਂ ਕਿਹਾ ਵੀ ਮੰਮਾ ਨੂੰ ਭੁੱਖ ਲੱਗੀ ਹੈ ਤੇ ਮੈਂ ਰੋਟੀ ਖਾਊਂਗੀ, ਜੇ ਮੈਂ ਰੋਟੀ ਨਹੀਂ ਖਾਊਂਗੀ ਮੈਨੂੰ ਗੁੱਸਾ ਆਉਣ ਲੱਗ ਜਾਏਗਾ। ਮੈਨੂੰ ਕਹਿੰਦਾ ਮੰਮਾ ਜੇ ਤੁਹਾਨੂੰ ਗੁੱਸਾ ਆਏਗਾ ਨਾ ਤੁਸੀਂ ਬੁੱਕ ਪੜ੍ਹ ਲਿਓ, ਮੈਨੂੰ ਕਹਿੰਦਾ ਰੋਟੀ ਨਾ ਖਾਓ। he also knows ਕਿ ਉਹ ਚੀਜ਼ ਨੇ। ਸੋ ਜੋ ਤੁਸੀਂ ਆਪ ਕਰਦੇ ਹੋ, ਬੱਚਾ ਤੁਹਾਡਾ ਸੁੱਤੇ ਸਿੱਧ ਦੇਖਦਾ। ਜੇ ਮੈਂ ਉਹਨੂੰ ਕਹੂੰਗੀ ਪੜ੍ਹ, ਸੋ ਬੁੱਕਸ ਮੇਰਾ ਬਹੁਤ, ਮੈਨੂੰ ਇਸ ਵੇਲੇ ਬਹੁਤ ਜ਼ਿਆਦਾ ਬੁੱਕਸ ਨੇ ਬਹੁਤ ਸ਼ਾਂਤ ਕੀਤਾ ਹੋਇਆ। ਪੋਡਕਾਸਟ ਜਿਹੜੇ ਉਹ ਸੁਣ ਰਹੀ ਹਾਂ। ਪਰ ਮੈਨੂੰ ਪਰਸਨਲੀ ਹਰਜੀਤ ਸਰ ਦੀ ਇਹ ਜਨਮ ਤੁਹਾਰੇ ਲੇਖੇ ਨੇ ਮੈਨੂੰ ਨਵਾਂ ਪਰਸਪੈਕਟਿਵ, I can see that ਪਿੱਛੇ ਤੁਸੀਂ ਭਗਤ ਜੀ ਦੀ ਫੋਟੋ ਲਾਈ ਹੋਈ ਹੈ। You will not find any ਮਤਲਬ ਮੈਂ ਬਾਬਾ ਜੀ ਦੀਆਂ ਵੈਸੇ ਏਦਾਂ ਪਿਕਚਰਸ ਨਹੀਂ ਹੈ, ਵਰਡਸ ਹੈ ਗੁਰੂ ਗ੍ਰੰਥ ਸਾਹਿਬ ਤੋਂ, ਕੋਟਸ ਹੈਗੇ, ਬਟ ਐਜ਼ ਇਟ ਇਜ਼ ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਦੇਖਣ ਤੋਂ ਬਾਅਦ ਨਾ ਮੈਂ ਜਿਹਨੂੰ ਮਿਲਦੀ ਹਾਂ ਉਹਨੂੰ ਖੁਦ ਕਹਿੰਦੀ ਹਾਂ ਕਿ we don't even know ਕਿ exactly ਅਸੀਂ ਮਤਲਬ ਅਸੀਂ ਕਿਹੜੇ ਰਾਹ ਤੇ ਤੁਰੇ ਹਾਂ ਔਰ ਸਾਨੂੰ ਕਿੱਥੇ like, and cause of that book I came to know more in depth about Pingalwada and Bhagat Ji after watching that movie, and cause of that Dr. Indrajit Kaur came into the scenario and I wanted to explore more about her life and everything, and that is why from this book also everything that we have
we have collected a good amount, and which मैं हाले जा नहीं सकी ਹੁਣ ਕਰਨ, ਮੈਂ personally ਜਾ ਕੇ, but ਆਪਣੇ ਵੱਲੋਂ ਉਹ ਸਾਰਾ I think thanks to ਹਰਜੀਤ ਸਰ, ਕਿ ਜਿਹੜੇ ਸਾਡੇ ਵਰਗੇ ਲੋਕ, ਥੈਂਕਸ ਟੂ ਭਗਤ ਜੀ ਐਕਚੁਅਲੀ, ਪਾਪਾ ਨੂੰ ਭਗਤ ਜੀ ਦਾ ਇੰਸਪਾਇਰ ਕੰਮ ਕੀਤਾ ਤਾਂ ਫਿਲਮ ਆਈ ਨਾ। ਨਹੀਂ, ਉਹ ਫਿਰ ਸਪਰੈਡ ਕਰਨਾ, ਕਿ ਜੇ ਇਹ ਫਿਲਮ ਨਹੀਂ ਆਉਂਦੀ, ਭਗਤ ਜੀ ਦਾ ਤਾਂ ਕੰਮ ਉੱਥੇ ਹੀ ਹੈ, ਅੱਗੇ ਤੋਂ ਅੱਗੇ ਕੜੀ ਨਹੀਂ ਬਣ ਜੇ ਪਾਉਂਦੀ। ਨਹੀਂ, ਮੈਂ ਤੁਹਾਨੂੰ ਦੱਸਾਂ, ਉਹ ਸਾਰੀਆਂ ਗੱਲਾਂ, ਇਹ ਬਿਲਕੁਲ ਉਦਾਂ ਦੀ ਗੱਲ ਹੈ ਕਿ ਐਵਰੀਥਿੰਗ ਇਜ਼ ਡਿਜ਼ਾਈਨਡ। ਸੋ ਜੇ ਭਗਤ ਜੀ ਦਾ ਕੰਮ ਜਿਹੜਾ ਆ ਉਹ ਇਦਾਂ ਦਾ ਹੋਣਾ ਹੀ ਸੀਗਾ, ਉਹਨਾਂ ਨੂੰ ਕੋਈ ਮੀਨਸ ਮਿਲਦੇ ਨਾ ਮਿਲਦੇ, ਤੇ ਜੇ ਪਾਪਾ ਦੀ ਕਿਸਮਤ ਚ ਸੀਗਾ ਵੀ ਉਸ ਚੀਜ਼ ਨੂੰ ਮੈਂ ਬਣਾਉਣਾ ਆ, ਤੇ ਉਹ ਉਹਨਾਂ ਦੇ ਲਿਖਿਆ ਹੋਇਆ ਸੀਗਾ। ਸੋ ਬਟ ਉਹ ਨਾ ਕਿ ਟੂ ਚੂਜ਼ ਦਾ ਸਬਜੈਕਟ, ਔਰ ਮੈਂ ਮਤਲਬ ਉਸ ਚੀਜ਼ ਦਾ, ਉਸ ਪਰਸਪੈਕਟਿਵ ਨਾਲ ਇੱਕ ਚੀਜ਼ ਨੂੰ ਦੇਖਣਾ ਔਰ ਐਕਸਪੀਰੀਅੰਸ ਕਰਨਾ, ਔਰ ਉਹ ਬਹੁਤ ਬਿਊਟੀਫੁਲ, ਐਂਡ ਆਈ ਥਿੰਕ ਥੈਂਕਸ ਟੂ ਹਰਜੀਤ ਸਰ ਐਂਡ ਔਰ ਤੇਜਿੰਦਰ ਮੈਮ ਦੀ ਰਾਈਟਿੰਗ ਦਾ ਤਾਂ ਕੁਝ ਹੈ ਹੀ ਨਹੀਂ ਹੈ। ਉਹ ਗਾਣਾ ਤਾਂ ਆਈ ਥਿੰਕ ਮੈਂ ਮੇਰੇ ਬੇਟੇ ਦੀ ਉਹ ਹਰ ਬਰਥਡੇ ਤੇ ਉਹ ਪਰਮਨੈਂਟਲੀ ਫਿਕਸ ਕੀਤਾ ਹੋਇਆ ਹੈ, 1984 ਵਾਲਾ ਜਿਹੜਾ ਹਰਸ਼ਦੀਪ ਦੀ ਆਵਾਜ਼ ਵਿੱਚ, ਆਈ ਥਿੰਕ ਇਟਸ ਰਿਟਨ ਬਾਈ ਮੈਮ ਓਨਲੀ, ਹੈ ਨਾ, ਰੱਬ ਮੇਰੀ ਉਮਰ ਤੈਨੂੰ ਲਾ ਦੇਵੇ ਵਾਲਾ, ਤੈਨੂੰ ਲਾ ਦੇਵੇ, ਇਟ ਕੈਨ ਕਮ। ਸੋ ਸਾਰੀ ਜਿਹੜੀ ਤੁਹਾਡੀ ਫੈਮਿਲੀ ਹੈ, ਵੈਸੇ ਕੁਝ ਫੀਲਡ ਬਚਿਆ ਨਹੀਂ ਹੈ ਆਰਟ ਦਾ, ਤੈਨੂੰ ਲੱਗਦਾ ਸ਼ਿਵੂ ਪੇਂਟਰ ਬਣੇਗਾ ਹੁਣ, ਇੱਕ ਹੀ ਰਹਿ ਗਿਆ ਵਿੱਚ ਪੇਂਟਰ? ਆਈ ਡੋਨਟ ਨੋ, ਮੈਨੂੰ ਸੱਚੀ ਨਹੀਂ ਕੁਝ ਪਤਾ, ਮੈਨੂੰ ਬਸ ਇਸੇ ਗੱਲ ਦਾ ਫਿਕਰ ਰਹਿੰਦਾ, ਇਹ ਨਾ ਕਹਿ ਦੇ ਮੰਮੀ ਮੈਂ ਡਾਕਟਰ ਬਣਨਾ। ਇੰਨਾ ਆਰਟ ਕੋਈ ਚੀਜ਼ ਨਹੀਂ ਬਚੀ, ਡਾਇਰੈਕਸ਼ਨ ਨਹੀਂ, ਬਟ ਯੂ ਨੈਵਰ ਨੋ, ਬੱਚੇ ਕਿਹੜੇ ਪਾਸੇ ਜਾ ਸਕਦੇ ਹਾਂ। ਨਹੀਂ, ਮੈਂ ਕਿਹਾ ਸਿਰਫ ਮੇਰੇ ਖਿਆਲ ਵਿੱਚ ਇੱਕੋ ਹੀ ਇੱਕ ਆਰਟ ਦੀ ਇੱਕ ਫੀਲਡ ਰਹਿ ਗਈ ਸੀ, ਜਿਹੜਾ ਪੇਂਟਿੰਗ ਸਕੈਚਿੰਗ, ਉਹਨੂੰ ਹੁਣ ਕਰੋ ਕਿਸੇ ਤਰ੍ਹਾਂ ਪੂਰਾ। ਪੇਂਟਿੰਗ ਸਕੈਚਿੰਗ ਸ਼ਿਵਾ ਬਹੁਤ ਵਧੀਆ ਕਰਦਾ ਹੈ। ਅੱਛਾ, ਹਾਂ, ਅਲੋਂਗ ਵਿਦ ਡਾਇਰੈਕਸ਼ਨ ਇਨਟੂ, ਤੇ ਪਾਪਾ ਦੀ ਵੀ ਸਕੈਚਿੰਗ ਬਹੁਤ ਵਧੀਆ ਹੈ, ਮੰਮੀ ਵੀ ਵਧੀਆ ਕਰਦੇ ਸਕੈਚਿੰਗ, ਪਰ ਪਾਪਾ ਦੀ ਬਹੁਤ ਵਧੀਆ ਹੈ। ਸੋ ਫਿਰ ਕੁਝ ਨਹੀਂ ਬੇਸਿਕਲੀ ਬਚਿਆ, ਸ਼ਿਵੂ ਲਈ ਸਭ ਕੁਝ ਓਪਨ ਹੈ, ਹੁਣ ਕੁਝ ਵੀ ਕਰਦੇ, ਆਲ ਥਿੰਗਸ ਉਹਦੇ ਲਈ ਉਦਾਂ ਵੀ ਓਪਨ ਹੀ ਸੀਗਾ, ਉਹ ਅੱਜ ਕੱਲ ਦੇ ਨਿਆਣਿਆਂ ਲਈ ਸਾਰਾ ਕੁਝ ਆਪੇ ਓਪਨ ਹੁੰਦਾ, ਪੇਰੈਂਟਸ ਦਾ ਨਹੀਂ ਹੁੰਦਾ। ਬਹੁਤ ਅੱਛਾ, ਮਤਲਬ ਇਹ ਸਾਰਾ ਜਿਹੜਾ ਯੂਨਿਟ ਹੈ ਨਾ ਤੁਹਾਡਾ, ਸਾਰਾ ਆਲ ਟੁਗੇਦਰ ਐਜ਼ ਅ ਯੂਨਿਟ, ਇਟ ਇਜ਼ ਸੋ ਬਿਊਟੀਫੁਲ, ਔਰ ਬਹੁਤ ਇੰਸਪਾਇਰਿੰਗ ਵੀ ਹੈ, ਔਰ ਬਹੁਤ ਅੱਛਾ ਲੱਗਦਾ ਜਿੱਦਾਂ ਇੰਨੇ ਸਾਰੇ ਆਰਟਿਸਟ ਅੰਡਰ ਦ ਸੇਮ ਰੂਫ, ਸਾਰੇ ਆਪਣੇ ਆਪਣੇ ਤਰੀਕੇ ਨਾਲ blessed that way. So thank you so much Sargi, I think this will always remain very close to my heart, and baad ch ਜਦੋਂ ਆਪਾਂ ਇਹਨੂੰ ਦੇਖਾਂਗੇ over the years, I think we'll cherish it all the more, this heart to heart interaction, ਹੈ ਨਾ। ਮੈਨੂੰ ਵੀ ਇਦਾਂ ਹੀ ਲੱਗਦਾ, ਉਦੋਂ ਤੱਕ ਆਪਾਂ ਸ਼ਾਇਦ ਥੋੜੇ ਹੋਰ ਸਿਆਣੇ ਹੋ ਗਏ, ਫਿਰ ਉਦੋਂ ਵੀ ਕਹਾਂਗੇ ਆਹ ਸਵਾਲ ਪੁੱਛਣ ਦੀ ਲੋੜ ਨਹੀਂ ਸੀ ਵੈਸੇ। ਨਹੀਂ, ਆਪਾਂ ਜਿਹੜੇ ਕਮਲੀਆਂ ਮਾਰੀਆਂ ਉਹ ਉੱਤੇ ਹੱਸਿਆ ਕਰਾਂਗੇ, ਨਹੀਂ ਕਮਲੀਆਂ ਨਹੀਂ, ਉਹ ਇਹ ਤਾਂ ਫਿਰ ਹੈ ਨਾ ਚੀਜ਼, ਤਾਂ ਹੀ ਤਾਂ ਮੈਂ ਕਹਿ ਰਹੀ ਸੀ, it has to be very informal, just the way we normally talk, ਤੇ and thank you so much ਇੰਨਾ instantly time spare ਕਰਨ ਲਈ ਸ਼ਿਵੂ ਨੂੰ, thank you to ਅਨੁਰਾਗ ਸ਼ਿਵੂ ਨੂੰ ਸੰਭਾਲਣ ਲਈ ਤੇ ਸਾਨੂੰ ਇਹ time ਦੇਣ ਲਈ, ਤੇ ਚਲੋ आज की नारी, thank you from another आज की नारी, hopefully ਇਹ ਸਭ ਕੁਝ ਠੀਕ ਹੋ ਜਾਏ, and see you very very soon। ਹਾਂ, ਜਲਦੀ ਠੀਕ ਹੋਵੇ, ਫਿਰ ਆਪਾਂ ਫੇਰ ਮਿਲਦੇ ਹਾਂ ਪੇਲੇ ਚ। Yeah, thank you, love you so much, bye ਦੀਦੀ, thank you, bye।